ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਬਿਖੈ ਮਨ ਵੀ ਕਾ ਤਿਆਗ ਰੀ ਸਖੀਏ, ਨਾਮ ਮਹਾ ਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥਿਓ। ਨਾਨਕ ਸੇ ਦਰ ਸੁਹਬਾਵੰਤੇ, ਜੋ ਪ੍ਰਭ ਆਪਨੇ ਕੀਓ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਹੰਸਾ ਦੇਖ ਤਰੰਦਿਆਂ, ਬੱਗਾ ਆਇਆ ਚਾਉ। ਡੁੱਬ ਮੋਏ ਬਗ ਬਪੁੜੇ, ਸਿਰ ਤਲ ਉੱਪਰ ਪਾਉ। ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਤਾ ਸੰਗ। ਜੇ ਜਾਣਾ ਬਗ ਬਪੂੜਾ, ਜਨਮ ਨ ਭੇੜੀ ਅੰਗ। ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਤਰੇ। ਜੇ ਤਿਸ ਭਾਵੈ ਨਾਨਕਾ, ਕਾਗੋ ਹੰਸ ਕਰੇ। ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਇਹ ਤਨ ਲਹਰੀ ਗੱਡ ਥਿਆ, ਸੱਚੇ ਤੇਰੀ ਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਚਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ।
ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ, ਬਖਸ਼ਿਸ਼ ਭਰੀ, ਕਰੁਣਾ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਸਤਿਗੁਰੂ ਕੇ ਸ਼ਬਦ ਦੇ ਉਪਦੇਸ਼ ਨਾਲ ਜੋੜ ਕੇ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ। ਲੜੀਵਾਰ ਵਿਚਾਰ ਦੇ ਅੰਤਰਗਤ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਅੰਤਰਗਤ ਗੁਰੂ ਸਾਹਿਬਾਨਾਂ ਦੇ ਵੀ ਸਲੋਕ ਨਾਲ ਅੰਕਿਤ ਕੀਤੇ ਹੋਏ ਹਨ। ਲੜੀਵਾਰ ਸਲੋਕਾਂ ਦੇ ਅੰਤਰਗਤ ਬਾਬਾ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਕਿ ਦਰਵੇਸ਼ੀ ਮਾਰਗ ਜਿਹੜਾ ਹੈ ਬੜਾ ਕਠਿਨ ਹੈ, ਬੜਾ ਬਿਖਮ ਹੈ। ਉਸ ਦਰਵੇਸ਼ੀ ਮਾਰਗ 'ਤੇ ਚੱਲਦਿਆਂ ਜੀਵਨ ਦੀਆਂ ਕਿਹੜੀਆਂ ਅਵਸਥਾਵਾਂ 'ਚੋਂ ਗੁਜ਼ਰਨਾ ਪੈਂਦਾ ਹੈ, ਗੁਰੂ ਸਾਹਿਬ ਜੀ ਇਸ ਦੀ ਬਖਸ਼ਿਸ਼ ਕਰਕੇ ਫਰਮਾ ਰਹੇ ਹਨ। ਤਾਂ ਹੁਣ ਬਾਬਾ ਫਰੀਦ ਸਾਹਿਬ ਜੀ ਦੇ ਖਿਆਲਾਂ ਦੇ ਨਾਲ ਆਪਣੇ ਖਿਆਲ ਦੀ ਪੁਸ਼ਤਗੀ ਕਰਦਿਆਂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ। ਜਦੋਂ ਹੰਸਾਂ ਨੂੰ ਗਹਿਰੇ ਸਮੁੰਦਰ ਦੀ ਸਤਹ ਦੇ ਉੱਪਰ ਤਰਦਿਆਂ ਦੇਖਿਆ ਕਿ ਕਦੇ ਉਹ ਜਲ ਦੀ ਸਤਹ ਦੇ ਹੇਠਾਂ ਕਾਫੀ ਸਮਾਂ ਚਲੇ ਜਾਂਦੇ ਨੇ, ਕਦੇ ਕੇਵਲ ਪਾਣੀ ਦੀ ਸਤਹ ਦੇ ਉੱਪਰ ਰਹਿੰਦੇ ਹਨ, ਤਾਂ ਬਾਬਾ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਬੱਗਾ ਆਇਆ ਚਾਓ। ਉਹਨਾਂ ਨੂੰ ਲੱਗਿਆ ਕਿ ਹੰਸ ਦਾ ਵੇਸ ਸਾਡੇ ਵਾਂਗ ਚਿੱਟਾ ਹੈ, ਇਹ ਕਈ ਮਿੰਟ ਜਿਹੜਾ ਜਲ ਦੀ ਸਤਹ ਦੇ ਹੇਠਾਂ ਰਹਿ ਲੈਂਦਾ ਹੈ, ਫਿਰ ਉੱਪਰ ਨੂੰ ਉੱਭਰ ਆਉਂਦਾ ਹੈ। ਕਹਿੰਦੇ ਇਸ ਗੱਲ ਨੂੰ ਦੇਖ ਕੇ ਬਗਲਿਆਂ ਦੇ ਮਨ 'ਚ ਚਾਅ ਆਇਆ ਅਤੇ ਰੀਸ ਕਰਦਿਆਂ ਹੋਇਆਂ ਹੰਸ ਦੀ ਤਰ੍ਹਾਂ ਉਸ ਸਮੁੰਦਰ ਦੇ ਵਿੱਚ, ਸਰੋਵਰ ਦੇ ਵਿੱਚ ਜਾ ਵੜੇ। ਤੈਰਨ ਤੱਕ ਤਾਂ ਠੀਕ ਸੀ, ਪਰ ਜਦੋਂ ਗਹਿਰਾ ਹੇਠਾਂ ਜਾ ਕੇ ਕੁਝ ਸਮਾਂ ਰੁਕਣ ਦਾ ਯਤਨ ਕਰ ਲੱਗੇ, ਜਲ ਦੇ ਅੰਦਰ ਠਹਿਰਨ ਦੀ ਕੋਸ਼ਿਸ਼ ਕਰਨ ਲੱਗੇ, ਤਾਂ ਉਸ ਸਮੇਂ ਦੇ ਵਿੱਚ ਕਿਉਂਕਿ ਹੰਸ ਵਰਗਾ ਕੇਵਲ ਵੇਸ ਹੈ, ਉਹਦੇ ਵਰਗੀ ਸਰੀਰਕ ਸੰਰਚਨਾ ਜਾਂ ਸਮਰੱਥਾ ਨਾ ਕੋਲ ਹੋਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਿਰ ਤਲ ਉੱਪਰ ਪਾਓ। ਭਾਵ ਕਿ ਜਿਹੜਾ ਸਿਰ ਹੇਠਾਂ ਹੋ ਗਿਆ ਅਤੇ ਪੈਰ ਉੱਪਰ ਨੂੰ ਹੋ ਗਏ ਅਤੇ ਉਹਦੀ ਸਤਹ ਦੇ ਉੱਪਰ ਬਾਹਰ ਆਏ, ਭਾਵ ਕਿ ਉਹਦੇ ਵਾਂਗ ਜਲ ਦੇ ਅੰਦਰ ਠਹਿਰ ਨਾ ਸਕੇ, ਮ੍ਰਿਤੂ ਹੋ ਗਈ, ਜੀਵਨ ਖਤਮ ਹੋ ਗਿਆ ਹੰਸ ਦੀ ਰੀਸ ਕਰਦਿਆਂ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਸਲੋਕ ਦੀ ਜੋ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਅੰਤਰਗਤ ਦਰਜ ਹੈ, ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਆਖਿਆ ਆਪ ਜੀ ਨੇ ਸ਼ਰਵਣ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਬੜੇ ਥਾਵਾਂ 'ਤੇ ਐਸੇ ਭਾਵ ਕੀਤੇ ਹਨ, ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ। ਕਦੇ ਉਹਨਾਂ ਨੇ ਸਲੋਕਾਂ ਵਿੱਚ ਜ਼ਿਕਰ ਕੀਤਾ ਹੈ, ਗੁਨਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਇਸੇ ਖਿਆਲ ਦੇ ਅੰਤਰਗਤ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬਖਸ਼ਿਸ਼ ਕੀਤੀ ਹੈ, ਹੰਸਾਂ ਦੇਖ ਤਰੰਦਿਆਂ। ਹੰਸ ਦਾ ਭਾਵ ਇਹ ਹੈ ਕਿ ਜਿਹਦੇ ਵੇਸ ਕਰਕੇ, ਵੇਸ ਦਾ ਭਾਵ ਕਿ ਉਹਦਾ ਇੰਨਾ ਜ਼ਿਆਦਾ ਉੱਜਲ ਵੇਸ ਹੈ ਕਿ ਮੈਂ ਉਹਦੇ ਦੇਖਣ ਦੇ ਨਾਲ ਹੀ ਪਤਾ ਲੱਗ ਜਾਂਦਾ ਦੂਜਾ ਮੈਲਾ ਜਾਂ ਨਹੀਂ। ਜਿਵੇਂ ਦੋ ਤਰ੍ਹਾਂ ਦਾ ਵਸਤਰ ਹੋਣ ਚਿੱਟੇ ਰੰਗ ਦੇ, ਇੱਕ ਪੂਰੀ ਤਰ੍ਹਾਂ ਸ਼ਵੱਛ ਹੈ, ਇੱਕ ਥੋੜ੍ਹੀ ਜਿਹੀ ਉਹਦੇ ਅੰਦਰ ਸੂਖਮ ਜਾਂ ਹਲਕੀ ਮੈਲ ਹੈ।
ਉਹ ਕਦੋਂ ਪਤਾ ਲੱਗੇਗਾ? ਜਿਹੜਾ ਥੋੜ੍ਹਾ ਮੈਲਾ ਕੱਪੜਾ ਸਾਨੂੰ ਅਸਪਸ਼ਟ ਜਾਂ ਉਹਦੇ ਬਾਰੇ ਦੁਬਿਧਾ ਹੈ, ਉਹਦੇ ਨੇੜੇ ਲਿਆ ਕੇ ਬਿਲਕੁਲ ਸਾਫ਼ ਸਵੱਛ ਵਸਤਰ ਰੱਖ ਦਿਓ। ਉਹਨਾਂ ਦੋਵਾਂ ਦੀ ਜਿਹੜੀ ਚਮਕ ਹੈ ਉਹ 'ਚੋਂ ਪਤਾ ਲੱਗ ਜਾਏਗਾ ਕਿ ਇਹਦੀ ਕੱਪੜੇ ਦੀ ਅਜੇ ਤਹਿ ਦੇ ਵਿੱਚ ਮੈਲ ਨਹੀਂ ਸ਼ਾਮਲ ਹੋਈ ਅਤੇ ਇਹਦੇ ਵਿੱਚ ਮੈਲ ਦਾਖਲ ਹੈ। ਇਸ ਕਰਕੇ ਹੰਸਾਂ ਦੇਖ ਤਰੰਦਿਆਂ ਦਾ ਭਾਵ ਕਿ ਹੰਸ ਦਾ ਜੀਵਨ, ਭਾਵ ਕਿ ਜਿਹੜੇ ਰੱਬੀ ਪੁਰਸ਼ ਹਨ ਜਿਨ੍ਹਾਂ ਨੇ ਗਿਆਨ, ਬੰਦਗੀ, ਸ਼ੁਭ ਅਮਲ ਦੇ ਨਾਲ ਹੁਕਮ, ਰਜਾ, ਭੈ, ਭਾਣੇ, ਤਿਆਗ, ਵੈਰਾਗ, ਪਰਉਪਕਾਰ ਦੇ ਸਹਿਤ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਹੰਸਾਂ ਵੱਲ ਸਵਾਰ ਲਿਆ। ਉਹਨਾਂ ਦੇ ਜੀਵਨ ਦੀ ਉੱਤਮਤਾ ਕੀ ਹੈ ਕਿ ਪਹਿਲਾਂ ਤਾਂ ਉਹਨਾਂ ਦਾ ਵੇਸ ਹੀ ਇੰਨਾ ਉੱਤਮ ਹੈ ਕਿ ਦੂਜੇ ਦੇ ਜੀਵਨ ਦੀ ਜਾਂ ਤਾਂ ਉਹਦਾ ਮੈਲਾਪਣ ਦਿਖਾ ਦਿੰਦਾ ਹੈ, ਉਹਨੂੰ ਅੰਦਰ ਦੀ ਸੋਝੀ ਕਰਵਾ ਦਿੰਦਾ ਹੈ ਅਤੇ ਉਹਨੂੰ ਅੰਦਰ ਦੀ ਸੋਝੀ ਦਿਖਾ ਕੇ ਜੀਵਨ ਦੇ ਵਿੱਚ ਉੱਚਾ ਉੱਠਣ ਦੀ ਪ੍ਰੇਰਣਾ ਪੈਦਾ ਕਰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਤਾਂ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਹੰਸਾਂ ਦੇਖ ਤਰੰਦਿਆਂ। ਹੁਣ ਹੰਸ ਦਾ ਭਾਵ ਸੰਤ ਜਨਾਂ, ਜਿਨ੍ਹਾਂ ਦਾ ਵੇਸ ਇੰਨਾ ਉੱਤਮ ਹੈ ਕਿ ਦੂਜੇ ਨੂੰ ਆਪਣੇ ਜੀਵਨ ਦੇ ਅੰਦਰ ਜੇ ਕੋਈ ਮਾਇਆ ਦੀ ਮੈਲ ਚੱਲ ਰਹੀ ਹੈ ਤਾਂ ਨਜ਼ਰ ਆ ਜਾਂਦੀ ਹੈ। ਹੁਣ ਦੂਸਰੀ ਤਰਫ ਦੇਖੋ, ਅਸੀਂ ਦੁਨੀਆਦਾਰ ਦੇ ਵਿੱਚ ਵਿਚਰਦੇ ਹਾਂ, ਦੁਨੀਆਦਾਰੀ ਦੇ ਤਲ 'ਤੇ ਕਈ ਵਾਰੀ ਸਾਨੂੰ ਆਪਣੇ ਮਨ ਦਾ ਚਿੰਤਨ ਕਰਦਿਆਂ ਲੱਗਦਾ ਹੈ ਕਿ ਅਸੀਂ ਮੈਲੇ ਹੋ ਰਹੇ ਹਾਂ ਦਿਨ ਬਾ ਦਿਨ, ਸਾਡੇ ਅੰਦਰ ਵਿਕਾਰਾਂ ਦੇ ਪ੍ਰਭਾਵ ਵੱਧਦੇ ਜਾ ਰਹੇ ਨੇ। ਕਈ ਵਾਰੀ ਜੀਵ ਨੂੰ ਮਹਿਸੂਸ ਹੁੰਦਾ, ਪਰ ਜਦੋਂ ਕਿਸੇ ਦੁਨੀਆਦਾਰੀ ਦੇ ਵਿੱਚ ਜਾ ਕੇ ਬੈਠਦੇ ਹਾਂ, ਸਾਡੇ ਤੋਂ ਵਧੇਕ ਮੈਲ ਵਾਲੇ ਬੰਦੇ ਸਾਨੂੰ ਮਿਲ ਜਾਂਦੇ ਨੇ। ਇਸ ਕਰਕੇ ਆਪਣੀ ਮੈਲ ਨੂੰ ਘਟਾਉਣ ਦੀ ਜਾਂ ਉਹਦੇ ਤੋਂ ਉੱਚਾ ਉੱਠਣ ਦੀ ਸਾਡੇ ਅੰਦਰ ਪ੍ਰੇਰਣਾ ਹੀ ਪੈਦਾ ਨਹੀਂ ਹੁੰਦੀ। ਅਸੀਂ ਕਹਿੰਦੇ ਇਹ ਵੀ ਤਾਂ, ਇਹਦਾ ਵੀ ਇੰਨੇ ਪਾਪਾਂ ਵਾਲਾ ਜੀਵਨ ਚੱਲੀ ਜਾ ਰਿਹਾ, ਸਾਨੂੰ ਕੀ ਮੁਸ਼ਕਿਲ ਹੈ ਇਹਦੇ ਵਿੱਚ। ਪਰ ਜਦੋਂ ਸੰਤ ਦਾ ਉੱਜਲ ਵੇਸ ਦੇਖਦੇ ਹਾਂ, ਤਾਂ ਉੱਜਲ ਵੇਸ ਦਾ ਮਤਲਬ ਇਹ ਨਹੀਂ ਕਿ ਉਹਦੇ ਕੱਪੜੇ ਬੜੇ ਸਾਫ਼ ਸੁਥਰੇ ਹੋ ਸਕਦੇ ਨੇ। ਉੱਜਲ ਵੇਸ ਦਾ ਮਤਲਬ ਹੈ ਕਿ ਜਦੋਂ ਉਹਦਾ ਵਾਕ ਸੁਣਾਂਗੇ, ਜਦੋਂ ਉਹਦੀ ਨਜ਼ਰ ਵੱਲ ਦੇਖਾਂਗੇ, ਜਦੋਂ ਉਹਦੇ ਜੀਵਨ ਦੇ ਜਿਤਨੇ ਵੀ ਹੱਥ ਆਦਿਕ ਵੀ ਹਿਲਾਉਂਦਾ ਹੈ ਜਾਂ ਜੋ ਕੁਝ ਵੀ ਹੈ, ਉਦੋਂ ਤੋਂ ਇੱਕ ਖਾਸ ਕਿਸਮ ਦਾ ਝੌਲਾ ਪੈਂਦਾ ਹੈ ਕਿ ਇਹ ਬੰਦਾ ਅੰਦਰੋਂ ਪੂਰਾ ਸੱਜਿਆ ਸਵਰਿਆ, ਭਾਵ ਕਿ ਅੰਦਰੋਂ ਬਿਲਕੁਲ ਸਵੱਛ ਹੈ। ਇਹਦੀ ਦੇਖਣੀ ਦੇ ਵਿੱਚੋਂ ਕਰੁਣਾ ਝਲਕਦੀ ਹੈ। ਜਿਵੇਂ ਹਰਮਨ ਹੈਸ ਨੇ ਮਹਾਤਮਾ ਬੁੱਧ ਦੇ ਉੱਪਰ ਇੱਕ ਨਾਵਲ ਲਿਖਿਆ ਹੋਇਆ ਅਤੇ ਉਹਨੇ ਮਹਾਤਮਾ ਬੁੱਧ ਦੀ ਹਰੇਕ ਹਰਕਤ ਬਾਰੇ ਲਿਖਿਆ ਕਿ ਉਹਦੀਆਂ ਉਂਗਲਾਂ ਇੰਝ ਸਨ ਜਿਵੇਂ ਉਹ ਸ਼ਾਂਤੀ ਦਾ ਝਲਕਾਰਾ ਪਾ ਰਹੀਆਂ ਹੋਣ। ਉਹਦਾ ਮੁੱਖ ਇਉਂ ਲੱਗਦਾ ਸੀ ਕਿ ਜਿਵੇਂ ਬੜੀ ਨਿਮਰਤਾ ਦੇ ਨਾਲ ਘੜਿਆ ਗੰਦਾ। ਇਸ ਕਰਕੇ ਜਿਹੜਾ ਹੰਸ, ਜਿਹੜੇ ਉੱਤਮ ਸੰਤ ਪੁਰਖ ਹਨ, ਉਹਨਾਂ ਦਾ ਵੇਸ ਹੀ ਦੂਜੇ ਨੂੰ ਜੀਵਨ ਦਾ ਦਰਪਣ ਦਿਖਾ ਦਿੰਦਾ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਹੰਸਾ ਦੇਖ ਤਰੰਦਿਆਂ। ਹੁਣ ਸੰਤ ਦੀ ਜਿਹੜੀ ਅਵਸਥਾ ਹੈ ਉਹ ਵਸਤਰਾਂ ਤੋਂ ਨਿਰਲੇਪ ਹੋ ਜਾਂਦੀ ਹੈ। ਉਹ ਕਦੇ ਚਾਹੇ ਬੜੇ ਰੰਗੀਨ ਵਸਤਰ ਧਾਰਨ ਕਰ ਲਏ, ਚਾਹੇ ਸਾਦਗੀ, ਪਰ ਇੱਕੋ ਰੰਗ ਦੇ। ਤਾਂ ਇਹ ਤਾਂ ਵੱਖੋ ਵੱਖ ਹਨ, ਪਰ ਦੁਨੀਆ ਦੇ ਵਿੱਚ ਜਿਤਨੇ ਉੱਤਮ ਕਿਸਮ ਦੇ ਮਹਾਂਪੁਰਖ ਹੋਏ ਹਨ, ਉਹਨਾਂ ਲਗਭਗ ਜੀਵਨ ਦੇ ਵਿੱਚ ਇੱਕੋ ਤਰ੍ਹਾਂ ਦੇ, ਇੱਕੋ ਰੰਗ ਦੇ ਵਸਤਰਾਂ ਨੂੰ ਤਰਜੀਹ ਦਿੱਤੀ ਹੈ। ਇਸ ਕਰਕੇ ਹੰਸ ਦਾ ਭਾਵ ਹੈ ਕਿ ਜਿਹੜਾ ਪਹਿਲਾਂ ਵੇਸ ਕਰਕੇ ਉੱਤਮ ਹੈ, ਦੂਜਾ ਗੁਣ ਕਰਕੇ ਉੱਤਮ ਹੈ। ਮੰਨਿਆ ਜਾਂਦਾ ਹੈ, ਇੱਕ ਇਸ ਤਰ੍ਹਾਂ ਦੇ ਵਾਕ ਸੁਣਨ ਨੂੰ ਮਿਲਦੇ ਨੇ ਕਿ ਜਦੋਂ ਹੰਸ ਦੁੱਧ ਅਤੇ ਪਾਣੀ ਦੇ ਵਿੱਚ ਮਿਲੇ ਹੋਏ ਦੇ ਵਿੱਚ ਆਪਣੀ ਚੁੰਝ ਦਾ ਪ੍ਰਵੇਸ਼ ਕਰਦਾ ਹੈ ਤਾਂ ਉਹ ਪਾਣੀ ਜਿਹੜਾ ਹੈ ਉਹਦੇ ਜੀਵਨ 'ਚ ਇਸ ਤਰ੍ਹਾਂ ਦੀ ਚੁੰਝ 'ਚ ਪ੍ਰਭਾਵ ਹੈ ਕਿ ਪਾਣੀ ਸਾਰਾ ਉੱਪਰਲੀ ਸਤਹ 'ਤੇ ਆ ਜਾਂਦਾ। ਇਸ ਕਰਕੇ ਸੰਤ ਪੁਰਖ ਜਦੋਂ ਕਿਸੇ ਨਾਲ ਗਿਆਨ ਗੋਸ਼ਟ ਕਰਦਾ ਹੈ ਜਾਂ ਜਦੋਂ ਕਿਸੇ ਨੂੰ ਵਾਕ ਕਹਿੰਦਾ ਹੈ ਅਤੇ ਉਹਦੇ ਜੀਵਨ ਦਾ ਫੋਕਾਪਣ ਅਤੇ ਉਹਦੇ ਜੀਵਨ 'ਚ ਠੀਕ ਰੂਪ ਦੇ ਨਾਲ ਉਹਦਾ ਕਿੰਨਾ ਜੀਵਨ ਚੱਲ ਰਿਹਾ, ਸੰਤ ਦੇ ਇੱਕ ਵਾਕ ਦੇ ਨਾਲ ਹੀ ਸੋਝੀ ਆ ਜਾਂਦੀ ਹੈ। ਜਿਵੇਂ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਇਹ ਕੋਈ ਦੁਨੀਆਦਾਰ ਬੰਦਾ ਬਰਸਿਰੇ ਦਾ ਮਾਇਆਧਾਰੀ ਕਿਸੇ ਮਹਾਤਮਾ ਦੇ ਕੋਲ ਚਲਾ ਗਿਆ। ਪੰਜਾਬ ਦੇ ਮਹਾਤਮਾ ਨੇ ਉਹਨਾਂ ਦੀ ਬਾਤ ਦੱਸਦਾ। ਉਹਨਾਂ ਕੋਲ ਜਾ ਕੇ ਕਹਿਣ ਲੱਗਾ, ਜੀ ਤੁਸੀਂ ਇੱਕ ਜ਼ਿਕਰ ਕਰਦੇ ਹੋ ਕਿ ਜਿਹੜੇ ਆ ਬੰਦੇ ਪਰਿਵਾਰ ਦੇ ਪਦਾਰਥ ਦੇ ਮੋਹ ਦੇ ਵਿੱਚ ਫਸੇ ਹੋਏ ਹਨ, ਇਹਨਾਂ ਦੀ ਮੁਕਤੀ ਹੋਣੀ ਸੰਭਵ ਨਹੀਂ। ਕਹਿੰਦਾ ਪਰ ਪਰਿਵਾਰ ਕਾਰੋਬਾਰ ਵੀ ਜ਼ਰੂਰੀ ਨੇ, ਮੈਂ ਧਰਮ ਦੇ ਤਰਫ ਵੀ ਲੱਗਿਆ ਹੋਇਆ ਹਾਂ, ਤੁਸੀਂ ਕਿ ਸਾਬਤ ਕਰੋ ਕਿ ਕਿਵੇਂ ਨਹੀਂ ਸਾਡੀ ਮੁਕਤੀ ਹੋ ਸਕਦੀ। ਉਹ ਮਹਾਤਮਾ ਕਹਿਣ ਲੱਗੇ, ਅਸੀਂ ਕਦੀ ਐਸਾ ਸਪਸ਼ਟ ਕਿਹਾ ਨਹੀਂ, ਹੋ ਸਕਦਾ ਤੈਨੂੰ ਕਦੇ ਭੁਲੇਖਾ ਰਿਹਾ ਹੋਵੇ। ਕਹਿਣ ਲੱਗਾ, ਨਹੀਂ ਮੈਂ ਤੁਹਾਡੇ ਸੰਬੰਧ 'ਚ ਸੁਣਿਆ
ਤਾਂ ਠੀਕ ਉਹ ਕਹਿਣ ਲੱਗੇ ਕਿ ਇੰਜ। ਉਹਨਾਂ ਨੇ ਇੱਕ ਜਗ੍ਹਾ ਉਹਨੂੰ ਉੱਚੀ ਸਤਹ 'ਤੇ ਖਿਲਾਰ ਦਿੱਤਾ। ਤਾਂ ਕਹਿਣ ਲੱਗੇ ਕਿ ਆਪਣਾ ਇੱਕ ਕਦਮ ਉੱਪਰ ਲੱਤ ਚੁੱਕ ਕੇ ਖਲੋ। ਉਹ ਖਲੋਤਾ। ਕਹਿਣ ਲੱਗੇ ਹੁਣ ਇੰਝ ਹੀ ਦੂਜੀ ਵੀ ਚੁੱਕ। ਉਹ ਕਹਿਣ ਲੱਗਾ ਇੰਝ ਕਿਵੇਂ ਹੋਏਗਾ, ਇਹ ਤਾਂ ਮੈਂ ਡਿੱਗ ਪਵਾਂਗਾ। ਕਹਿੰਦੇ ਜਦੋਂ ਇਹੀ ਭਾਵ ਹੈ ਕਿ ਦੋਵੇਂ ਇਕੱਠੀਆਂ ਨਹੀਂ ਉਠਾਈ ਜਾ ਸਕਦੀਆਂ, ਇਸ ਕਰਕੇ ਜਿੰਨਾ ਚਿਰ ਤੇਰਾ ਚਿੱਤ ਦੁਨੀਆਦਾਰੀ ਦੀ ਤਰਫ ਹੈ, ਤੂੰ ਦੂਜੀ ਲੱਤ ਨੂੰ ਭਾਵ ਕਿ ਭਗਤੀ ਦੇ ਕਰਮ ਨੂੰ ਓਨਾ ਉੱਚਾ ਕਿਵੇਂ ਚੁੱਕ ਸਕਦਾ ਹੈ, ਉਹਦੇ ਤੇਰੇ ਅੰਦਰ ਉਨੀ ਸ਼ਿੱਦਤ ਕਿਵੇਂ ਬਣ ਸਕਦੀ ਹੈ। ਇਸ ਕਰਕੇ ਸਰਲ ਜੁਗਤੀ ਦੇ ਨਾਲ ਹੀ ਅਗਲੇ ਨੂੰ ਗਿਆਨ ਕਰਵਾ ਦਿੱਤਾ। ਇੱਕ ਬਾਬਾ ਹਰਨਾਮ ਸਿੰਘ ਜੀ ਹੋਏ ਹਨ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਜੀਵਨ ਦਾ ਇੱਕ ਮਿਲਦਾ ਹੈ। ਕਹਿੰਦੇ ਉਹਨਾਂ ਦੇ ਪਾਸ ਕੋਈ ਸੰਗੀ ਆ ਗਿਆ ਅਤੇ ਉਹਨਾਂ ਨੇ ਸੇਵਾ ਵਜੋਂ ਚਾਹ ਦੀ ਪੇਸ਼ਕਸ਼ ਕੀਤੀ ਕਿ ਚਾਹ ਪੀ ਲਓ। ਤਾਂ ਅੱਜ ਕੱਲ੍ਹ ਜਿਵੇਂ ਇਹ ਵੀ ਇੱਕ ਸਟੈਂਡਰਡ ਬਣ ਗਿਆ ਹੈ ਕਿ ਜਿਹੜਾ ਚਾਹ ਨਹੀਂ ਪੀਂਦਾ ਉਹ ਸਿਆਣਾ ਬੰਦਾ, ਬਾਕੀ ਮੂਰਖ ਨੇ, ਬਣ ਰਿਹਾ ਹੌਲੀ ਹੌਲੀ। ਉਹ ਕਹਿਣ ਲੱਗਾ ਜੀ ਮੈਂ ਚਾਹ ਨਹੀਂ ਪੀਂਦਾ। ਉਹ ਅੰਤਰਜਾਮਤਾ ਵਾਲੇ ਸਨ। ਕਹਿਣ ਲੱਗੇ ਚਲੋ ਚਾਹ ਜੇ ਛੱਡੀ ਹੋਈ ਹੈ ਬੜੀ ਚੰਗੀ ਗੱਲ ਹੈ, ਸਰੀਰਕ ਰੋਗਾਂ ਨੂੰ ਕਈ ਵਾਰੀ ਜਨਮ ਦਿੰਦੀ ਹੈ, ਹੁਣ ਖੂਨ ਪੀਣਾ ਵੀ ਛੱਡ ਦਿਓ। ਜੇ ਚਾਹ ਛੱਡੀ ਹੈ ਬੜੀ ਚੰਗੀ ਗੱਲ ਹੈ, ਖੂਨ ਪੀਣਾ ਵੀ ਛੱਡ ਦਿਓ। ਉਹਨੂੰ ਉਸੇ ਵਕਤ ਗਿਆਨ ਹੋ ਗਿਆ ਕਿ ਜੋ ਉਹਦੇ ਜੀਵਨ ਦਾ ਧੰਦੇ ਆਦਿਕ ਦੀ ਬਿਰਤੀ ਸੀ ਉਹ ਬਿਲਕੁਲ ਖੂਨ ਪੀਣ ਵਾਲੀ ਸੀ। ਇਸ ਕਰਕੇ ਜਿਹੜਾ ਸੰਤ ਹੈ, ਜਿਵੇਂ ਹੰਸ ਜਦੋਂ ਆਪਣਾ ਚੁੰਝ ਪਾਉਂਦਾ ਉਹ ਨਿਤਾਰਾ ਕਰ ਦਿੰਦਾ ਹੈ, ਜਦੋਂ ਸੰਤ ਆਪਣੇ ਇੱਕ ਵਾਕ ਦੇ ਨਾਲ ਹੀ ਜੀਵਨ ਦੀ ਸਾਰੀ ਸਥਿਤੀ ਅਗਲੇ ਦੇ ਸਨਮੁਖ ਰੱਖ ਦਿੰਦਾ ਹੈ। ਇਸ ਕਰਕੇ ਸੰਤ ਜਿਹੜਾ ਹੈ ਗੁਣ ਕਰਕੇ ਉੱਤਮ ਹੁੰਦਾ ਹੈ, ਫਿਰ ਸੰਤ ਆਚਰਣ ਕਰਕੇ ਵੀ ਉੱਤਮ ਹੁੰਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ ਕਿ ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਦਰਾ ਖਾਏ। ਕਹਿੰਦੇ ਹੰਸ ਜੇ ਛੱਪੜ ਦੇ ਕਿਨਾਰੇ 'ਤੇ ਆ ਕੇ ਬਹਿ ਗਿਆ ਹੈ, ਕਿਸੇ ਕੋਦਰੇ ਦੇ ਖੇਤ ਵਿੱਚ ਆ ਕੇ ਬਹਿ ਗਿਆ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸੰਤ ਨੂੰ ਹੰਸ ਨੂੰ ਚਿੱਕੜ ਦੇ ਨਾਲ ਪਿਆਰ ਹੈ, ਜਾਂ ਉਹ ਡੱਡੀਆਂ ਮੱਛੀਆਂ ਦੀ ਝਾਕ ਰੱਖਦਾ ਛੱਪੜ ਵਿੱਚੋਂ। ਜੇ ਉਹ ਕੋਦਰੇ ਦੇ ਖੇਤ ਵਿੱਚ ਬਹਿ ਕੇ ਆ ਗਿਆ ਅਤੇ ਕੋਦਰੇ ਦਾ ਕੌੜਾ ਅਨਾਜ ਖਾਣ ਦੀ ਉਹਦੀ ਇੱਛਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ, ਜੇ ਉਹ ਛੱਪੜ ਦੇ ਕਿਨਾਰੇ ਆਇਆ ਭਾਵ ਕਿ ਦੁਨੀਆਦਾਰਾਂ ਦੀ ਜਿਹੜੀ ਮਾਇਆ ਦੇ ਔਗਣਾਂ ਵਾਲੀ ਬਸਤੀ ਵਿੱਚ ਆ ਕੇ ਕੋਈ ਸੰਤ ਵਸਣ ਲੱਗ ਪਿਆ, ਅਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਦਾ ਪ੍ਰਭਾਵ ਲੈਣ ਆਇਆ ਹੈ, ਸਗੋਂ ਇਹਨਾਂ ਦੀ ਮੈਲ ਨੂੰ ਕੱਟਣ ਆਇਆ ਹੈ। ਇਸ ਕਰਕੇ ਸੰਤ ਆਚਰਣ ਕਰਕੇ ਵੀ ਉੱਤਮ ਹੁੰਦਾ ਹੈ ਕਿ ਉਹ ਆਪਣੀ ਉੱਤਮਤਾ ਦਾ ਪ੍ਰਭਾਵ ਸਾਡੇ 'ਤੇ ਪਾਉਂਦਾ ਹੈ, ਨਾ ਕਿ ਸਾਡੇ ਨਿਮਾੜੇ ਪ੍ਰਭਾਵਾਂ ਨੂੰ ਆਪਣੇ ਆਪ 'ਤੇ ਲੈਂਦਾ ਹੈ। ਇਸ ਕਰਕੇ ਸੰਤ ਆਚਰਣ ਕਰਕੇ ਵੀ ਉੱਤਮ ਹੈ, ਸੰਤ ਵਿਵਹਾਰ ਕਰਕੇ ਵੀ ਉੱਤਮ ਹੈ। ਵਿਵਹਾਰ ਦਾ ਮਤਲਬ ਜੋ ਅਸੀਂ ਡੀਲਿੰਗ ਕਰਦੇ। ਹੁਣ ਬਾਣੀ ਦੇ ਵਿੱਚ ਵਾਕ ਆਉਂਦਾ ਹੈ ਕਿ ਇੱਕ ਦਫਾ ਕੋਈ ਬਗਲਾ ਜਾ ਕੇ ਹੰਸਾਂ ਦੀ ਸਭਾ ਵਿੱਚ ਬਹਿ ਗਿਆ, ਕੋਈ ਪਤਾ ਨਾ ਲੱਗੇ। ਜਦੋਂ ਉੱਡ ਕੇ ਮਾਨਸਰੋਵਰ 'ਤੇ ਗਏ ਅਤੇ ਉਹਨਾਂ 'ਤੇ ਸਾਰਿਆਂ ਨੇ ਆਪੋ ਆਪਣੇ ਮੋਤੀ ਚੁਗ ਲਏ, ਅਤੇ ਜਿਹੜਾ ਵਿੱਚ ਬਗਲਾ ਬਣ ਕੇ ਹੰਸ ਬਣ ਕੇ ਰਲਿਆ ਹੋਇਆ ਸੀ, ਹੈ ਬਗਲਾ ਸੀ, ਉਹ ਮੱਛੀਆਂ ਦੀ ਤਰਫ ਧਿਆਨ ਲਾਵੇ। ਭਾਵ ਕਿ ਉਂਝ ਤਾਂ ਬੜੇ ਜਚਾ ਸਕਦੇ ਨੇ, ਪਰ ਜਦੋਂ ਵਿਵਹਾਰ ਕਰਾਂਗੇ ਪਤਾ ਲੱਗ ਜਾਏਗਾ ਇਹਦੇ ਅੰਦਰ ਦੀ ਚੇਸ਼ਟਾ ਕੀ ਹੈ। ਇਸ ਕਰਕੇ ਸੰਤ ਦੀ ਚੇਸ਼ਟਾ ਹੀ ਦੱਸ ਦਿੰਦੀ ਹੈ ਕਿ ਉਹ ਠੀਕ ਰੂਪ ਦੇ ਵਿੱਚ ਢਲਿਆ ਹੋਇਆ ਹੈ। ਇਸ ਕਰਕੇ ਇੰਜ ਦੀ ਗੁਣ ਕਰਕੇ, ਵੇਸ ਕਰਕੇ, ਆਚਰਣ ਕਰਕੇ ਔਰ ਕਰਨੀ ਕਰਕੇ, ਹੰਸ ਦੀ ਕਰਨੀ ਕਰਕੇ ਕਿ ਉਹਦਾ ਜਿਵੇਂ ਮਾਨਸਰੋਵਰ 'ਤੇ ਨਿਵਾਸ ਹੈ, ਭਾਵ ਕਿ ਹਰ ਵਕਤ ਪਵਿੱਤਰਤਾ ਦੇ ਵੱਲ ਵੱਧਦੇ ਰਹਿਣਾ, ਬੰਦਗੀ ਦੇ ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਸਜਾਈ ਰੱਖਣਾ, ਇਹ ਉਹਨਾਂ ਦੀ ਜੀਵਨ ਸਾਧਨਾ ਰਹਿੰਦੀ ਹੈ। ਅਤੇ ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਕਰਦੇ ਇੰਜ ਦੇ ਸੰਤ ਪੁਰਖਾਂ ਦਾ ਜੀਵਨ ਦੇਖ ਕੇ ਬੱਗਾ ਆਇਆ ਚਾਓ। ਹੁਣ ਬਗਲੇ ਦਾ ਸਿੱਧਾ ਅਰਥ ਹੈ ਕਪਟੀ। ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਕਿਸੇ ਨੂੰ ਕਪਟੀ ਕਹਿਣਾ ਹੋਵੇ ਤਾਂ ਉਹ ਕਹਿੰਦੇ ਬਗਲਾ ਭਗਤ ਹੈ ਜਾਂ ਬਗਲੇ ਵਾਂਗ ਸਮਾਧੀ ਲਾਉਂਦਾ ਹੈ। ਇਸ ਕਰਕੇ ਬਾਬਾ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਬੱਗਾ ਆਇਆ ਚਾਓ। ਕਹਿੰਦੇ ਜਿਹੜੇ ਕਪਟੀ ਸਨ, ਹੁਣ ਸੰਤ ਨੇ ਉੱਜਲ ਵੇਸ ਧਾਰਨ ਕੀਤਾ, ਸਾਦਗੀ ਅਪਣਾਈ ਅਤੇ ਵਾਕਿਆ ਦੁਨੀਆ ਦੇ ਭਲੇ ਲਈ। ਦੂਜਿਆਂ ਨੇ ਆਪਣੇ ਜੀਵਨ ਦੀ ਗਿਣਤੀ ਕਰਾਉਣ ਲਈ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਬਗਲਿਆਂ ਦੇ ਮਨ 'ਚ ਚਾਓ ਆਇਆ, ਉਵੇਂ ਦਾ ਵੇਸ ਬਣਾ ਲਿਆ, ਉਵੇਂ ਦੀ ਬੋਲ ਬਾਣੀ ਵੀ ਬਣਾ ਲਈ, ਉਵੇਂ ਦਾ ਆਸ਼ਰਮ ਵੀ ਬਣਾ ਲਿਆ। ਪਰ ਬਾਬਾ ਫਰੀਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਡੁੱਬ ਮੋਏ ਬੱਗ ਬੱਪੁੜੇ। ਸੰਤ ਪਹਿਲਾਂ ਆਪਣੇ ਆਪ ਦੇ ਵਿੱਚ ਸੰਪੂਰਨ ਹੋਇਆ, ਫਿਰ ਜਗਤ ਦਾ ਕਲਿਆਣ ਕਰਨ ਤੁਰਿਆ। ਅਤੇ ਬਗਲਿਆਂ ਨੇ ਵੀ ਸੰਤ ਵਾਂਗ ਬੜਾ ਹਜੂਮ ਜਟਾ ਲਿਆ, ਪਰ ਵਾਸਨਾ ਤੋਂ ਮੁਕਤ ਨਾ ਹੋ ਸਕੇ। ਸੰਤ ਦੁਨੀਆ ਨੂੰ ਤਾਰਦਾ ਹੋਇਆ ਵੀ ਖੁਦ ਵੀ ਮੁਕਤ ਹੋ ਗਿਆ, ਪਰ ਇਹ ਦੁਨੀਆ ਨੂੰ ਤਾਰਨ ਦਾ ਢੌਂਗ ਕਰਦਿਆਂ
ਖੁਦ ਉਸੇ ਵਾਸਨਾ ਦੇ ਵਿੱਚ ਮਰ ਗਏ ਕਿ ਭਾਵ ਕਿ ਮੇਰੀ ਇੰਨੀ ਜੋੜੀ ਸੰਪत्ति ਦਾ ਮਾਲਕ ਕੌਣ ਹੋਏ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਡੁੱਬ ਮੋਏ ਬਗ ਬੱਪੜੇ, ਕੇਵਲ ਹੰਸਾ ਵਰਗਾ ਵੇਸ ਧਾਰਨ ਕਰਨ ਦੇ ਨਾਲ ਜੀਵਨ ਉੱਤਮ ਨਹੀਂ ਹੋ ਜਾਂਦਾ। ਕਿਸੇ ਸੰਤ ਦੀ ਨਕਲ ਕਰਨ ਦੇ ਨਾਲ ਜੀਵਨ ਉੱਤਮ ਨਹੀਂ ਹੋ ਜਾਂਦਾ। ਸਿਰ ਤਲ ਉੱਪਰ ਪਾਓ, ਜੇ ਉਹਨਾਂ ਦੀ ਰੀਸ ਕਰੋ ਤੇ ਜੀਵਨ ਵਿਅਰਥ ਚਲਿਆ ਜਾਂਦਾ ਹੈ। ਕਪਟ ਕਰਕੇ ਜੀਵਨ ਦੇ ਵਿੱਚ ਮੁੜ ਕੇ ਕੋਈ ਉੱਤਮਤਾ ਨਹੀਂ ਬਚਦੀ ਹੈ। ਇਸ ਕਰਕੇ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਕਿਸੇ ਨਗਰ ਦੇ ਵਿੱਚ 2 ਮਹਾਤਮਾ ਵਸਦੇ ਸਨ। ਹੁਣ ਜਿਵੇਂ ਇਹ ਪ੍ਰਮਾਣ ਛੱਡਾ ਇੱਕ ਸਰਲ ਰੱਖਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀ ਮੁਬਾਰਕ ਉਦਾਸੀਆਂ ਦੀ ਯਾਤਰਾਵਾਂ 'ਤੇ ਜਾਂਦੇ ਰਹੇ, ਮਾਨਵਤਾ ਦਾ ਕਲਿਆਣ ਕਰਨ। ਹੁਣ ਇੱਕੋ ਨਗਰ ਦੇ ਵਿੱਚ ਜਿਹੜਾ ਹੈ ਮਲਕ ਭਾਗੋ ਵਰਗੇ ਅਤੇ ਭਾਈ ਲਾਲੋ ਜੀ ਵਰਗੇ ਰਹਿੰਦੇ ਹਨ। ਭਾਈ ਲਾਲੋ ਦੀ ਕਿਰਤ ਬੜੀ ਪਵਿੱਤਰ ਹੈ, ਬਿਲਕੁਲ ਅੰਮ੍ਰਿਤ ਵਰਗੀ ਹੈ, ਪਰ ਉਹਦੀ ਬੁੱਕਤ ਨਹੀਂ ਹੈ। ਪਰ ਮਲਕ ਭਾਗੋ ਨੇ ਜਿਹੜਾ ਅਸਲ ਦੇ ਵਿੱਚ ਹੰਸ ਦੇ ਬਰਾਬਰ ਜਿਹੜਾ ਬਗਲਾ ਮਸ਼ਹੂਰ ਹੈ ਉਸ ਨਗਰ ਦੇ ਵਿੱਚ, ਮਲਕ ਭਾਗੋ ਵਰਗੇ, ਇਤਰਾਜ਼ ਕੀਤਾ, ਤੁਸੀਂ ਇੱਕ ਆਮ ਬੰਦੇ ਦੇ ਘਰ ਜਾ ਕੇ ਬੈਠ ਗਏ ਹੋ, ਛਤਰੀ ਕੁੱਲ ਦੇ ਵਿੱਚੋਂ ਹੋ, ਮੈਂ ਬ੍ਰਹਮ ਭੋਜ ਕੀਤਾ, ਤੁਸੀਂ ਆਏ ਨਹੀਂ, ਤੁਸੀਂ ਮੇਰੇ ਬ੍ਰਹਮ ਭੋਜ ਦਾ ਅਪਮਾਨ ਕੀਤਾ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਅਪਵਿੱਤਰ ਕੁਝ ਗ੍ਰਹਿਣ ਕਰਦੇ ਹੀ ਨਹੀਂ। ਕਹਿਣ ਲੱਗਾ ਪਵਿੱਤਰ ਕਿਵੇਂ? ਅਤੇ ਅਸੀਂ ਉਹਨੂੰ ਇੱਕ ਪ੍ਰਤੀਕਾਤਮਕ ਰੂਪ 'ਚ ਸੁਣਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਰੋਟੀਆਂ ਨਿਚੋੜੀਆਂ ਅਤੇ ਇੱਕ 'ਚੋਂ ਕਹਿੰਦੇ ਦੁੱਧ ਅਤੇ ਇੱਕ 'ਚੋਂ ਖੂਨ ਵਗਿਆ। ਇਹ ਪ੍ਰਤੀਕਾਤਮਕ ਦ੍ਰਿਸ਼ ਦੇ ਢੰਗ ਨਾਲ ਸਮਝਾਇਆ ਹੈ। ਭਾਵ ਕਿ ਅਸਲ ਦੇ ਵਿੱਚ ਬਾਤ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਉਹਦੇ ਕਰਮ ਓਲੇ ਦੇ ਵਿੱਚ ਵਾਪਰਦੇ ਸੀ, ਉਹ ਸਾਰੇ ਮੰਦ ਕਰਮਾਂ ਦੀ ਜਿਹੜੀ ਬ੍ਰਿਤੀ ਸੀ ਉਹਦੇ ਸਾਹਮਣੇ ਸਪਸ਼ਟ ਕਰ ਦਿੱਤੀ। ਅਤੇ ਜਦੋਂ ਫਿਰ ਸਭ ਨੂੰ ਪਤਾ ਲੱਗ ਜਾਣਾ ਹੈ ਕਿ ਕਿਸੇ ਬੰਦੇ ਨੂੰ ਕਤਲ ਕਰਕੇ ਧਨ ਖੋਹ ਕੇ ਲੰਗਰ ਲਾਇਆ, ਅਤੇ ਲੰਗਰ ਕਿਹੋ ਜਿਹਾ ਹੋਏਗਾ? ਕੁਦਰਤੀ ਇਹ ਖੂਨ ਹੀ ਹੋਏਗਾ, ਕਿਉਂਕਿ ਕਿਸੇ ਦਾ ਖੂਨ ਨਿਚੋੜਿਆ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕੀਤਾ ਕਿ ਜ਼ਿਕਰ ਤਾਂ ਕੀਤਾ, ਪਰ ਦੂਜੇ ਪਾਸੇ ਜਿਹੜਾ ਠੀਕ ਹੰਸ ਸੀ, ਹੰਸ ਹੀ ਰਿਹਾ, ਅਤੇ ਬਗਲਾ ਜਦੋਂ ਰੀਸ ਕਰੇਗਾ ਉਹ ਆਪਣਾ ਆਪ ਵੀ ਗਵਾ ਬੈਠੇਗਾ। ਇਸ ਕਰਕੇ ਇੱਕ ਨਗਰ ਵਿੱਚ 2 ਮਹਾਤਮਾ ਰਹਿੰਦੇ ਸਨ, ਇੱਕ ਅਸਲੀ ਸੀ ਅਤੇ ਇੱਕ ਨਕਲੀ ਸੀ, ਪਖੰਡੀ ਸੀ, ਇੱਕ ਬਿਲਕੁਲ ਰੀਅਲ ਸੀ। ਕੋਈ ਬੰਦਾ ਉਹਨਾਂ ਦੀ ਪਰਖ ਕਰਨ ਦੇ ਲਈ ਚਲਾ ਗਿਆ, ਪਾਖੰਡੀ ਕੋਲ ਗਿਆ, ਉਹਨੂੰ ਪਤਾ ਨਹੀਂ ਸੀ ਹੁਣ ਪਖੰਡੀ ਕੌਣ ਹੈ ਅਤੇ ਅਸਲ ਕੌਣ ਹੈ। ਦੋਵਾਂ ਦੇ ਨਾਮ ਵੀ ਇੱਕੋ ਜਿਹੇ, ਵੇਸ ਵੀ ਇੱਕੋ ਜਿਹਾ, ਆਸ਼ਰਮ ਵੀ ਇੱਕੋ ਜਿਹਾ। ਚਲਾ ਗਿਆ ਪਹਿਲੇ ਦੇ ਕੋਲ, ਉੱਥੇ ਜਾ ਕੇ ਉਹਨੇ ਪ੍ਰਸ਼ਨ ਕੀਤਾ ਕਿ ਦੁਨੀਆ 'ਚ ਰਹਿਣ ਦਾ ਮਕਸਦ ਕੀ ਹੈ। ਜਿਹੜਾ ਪਖੰਡੀ ਸੀ ਉਹ ਕਹਿਣ ਲੱਗਾ ਜੀਵਨ ਬੜੇ ਵਸੀਲਿਆਂ ਨਾਲ ਭਰਪੂਰ ਹੋਣਾ ਚਾਹੀਦਾ ਹੈ, ਜੀਵਨ ਦੇ ਵਿੱਚ ਬੜੀ ਵਾਹ ਹੋਣੀ ਚਾਹੀਦੀ, ਬੜਾ ਵੱਡਾ ਰੁਤਬਾ ਹੋਣਾ ਚਾਹੀਦਾ, ਫਿਰ ਹੀ ਜੀਵਨ ਜਿਉਣ ਦਾ ਸਵਾਦ ਹੈ। ਫਿਰ ਕਹਿਣ ਲੱਗਾ ਜੀਵਨ ਦੇ ਵਿੱਚ ਸੰਤ ਹੋਣ ਲਈ ਕਿਹੜੇ ਸ਼ੁਭ ਕਰਮਾਂ ਦਾ ਪੱਲਾ ਪਕੜਨਾ ਪੈਂਦਾ ਹੈ। ਪਖੰਡੀ ਕਹਿਣ ਲੱਗਾ ਬਹੁਤਾ ਕੁਝ ਨਹੀਂ, ਬਸ ਇੱਕ ਲਿਬਾਸ ਜਿਹਾ ਧਾਰਨ ਕਰਕੇ ਥੋੜ੍ਹਾ ਬੋਲ ਬਾਣੀ 'ਚ ਪਰਿਵਰਤਨ ਕਰ ਲੈਣਾ ਚਾਹੀਦਾ ਹੈ। ਫਿਰ ਉਹਨੇ ਪੁੱਛਿਆ ਕਿ ਜੀਵਨ ਦੇ ਵਿੱਚ ਸਭ ਤੋਂ ਵੱਡਾ ਭੈ ਕੀ ਹੈ? ਉਹ ਕਹਿਣ ਲੱਗਾ ਭੈ ਕੁਝ ਵੀ ਨਹੀਂ ਹੈ, ਜਦੋਂ ਬੰਦਾ ਸ਼ਕਤੀਸ਼ਾਲੀ ਹੋਵੇ ਕੋਈ ਭੈ ਨਹੀਂ ਵਿਆਪਦਾ। ਉਹਨੇ ਬੜੇ ਪ੍ਰਸ਼ਨ ਕੀਤੇ, ਉਹਦੇ ਤੋਂ ਅੰਦਾਜ਼ਾ ਹੋ ਗਿਆ ਕਿ ਇਹ ਅਜੇ ਤੱਕ ਤਾਂ ਇਹ ਸਪਸ਼ਟ ਨਹੀਂ ਕਿ ਪਖੰਡੀ ਹੈ। ਦੂਸਰੇ ਸੰਤ ਕੋਲੋਂ ਗਿਆ, ਕਹਿਣ ਲੱਗਾ ਕਿ ਜੀਵਨ ਦਾ ਜੇ ਦੁਨੀਆ ਕੀ ਹੈ ਜਾਂ ਜੀਵਨ ਦਾ ਮਕਸਦ ਕੀ ਹੈ। ਉਹ ਕਹਿਣ ਲੱਗਾ ਕਿ ਜਿਸ ਪਵਿੱਤਰਤਾ ਦੇ ਵਿੱਚ ਉਪਜੇ ਉਹਦੇ ਵਿੱਚ ਭੇਦ ਹੋ ਜਾਣਾ। ਕਹਿੰਦਾ ਜੀਵਨ ਦਾ ਵੱਡਾ ਮਕਸਦ ਕਹਿੰਦਾ ਬੰਦਗੀ ਦੇ ਧਨ ਨਾਲ ਭਰਪੂਰ ਕਰ ਲੈਣਾ। ਜਦੋਂ ਦੋਵਾਂ ਦੇ ਉੱਤਰਾਂ ਦਾ ਮੁਲਾਂਕਣ ਕੀਤਾ ਅਤੇ ਉਹਨੇ ਦੇਖਿਆ ਕਿ ਜਿਹਦੇ ਪਹਿਲੇ ਕਿਸਮ ਦੇ ਉੱਤਰ ਸਨ ਉਹ ਤਾਂ ਮੈਨੂੰ ਖੁਦ ਵੀ ਪਤਾ ਸੀ, ਹਰ ਬੰਦੇ ਨੂੰ ਪਤਾ ਹੈ ਕਿ ਪੈਸਾ ਚੰਗਾ ਜੋੜੋ, ਪਾਪ ਦਾ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਕਰਨਾ ਪਵੇ। ਫਿਰ ਉਹਨੇ ਜਾਣ ਲਿਆ ਕਿ ਨਹੀਂ, ਇਹ ਦੂਸਰਾ ਉੱਤਮ ਕਿਸਮ ਦਾ ਹੈ ਕਿ ਜਿਹਦੀ ਦ੍ਰਿਸ਼ਟੀਕੋਣ, ਜਿਹਦਾ ਅਨੁਭਵ ਸੰਸਾਰੀਆਂ ਤੋਂ ਬਿਲਕੁਲ ਭਿੰਨ ਹੈ। ਇਸ ਕਰਕੇ ਬਾਬਾ ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਕਰਦੇ, ਸਿਰ ਤਲ ਉੱਪਰ ਪਾਓ। ਫਿਰ ਉਹਨਾਂ ਦੇ ਜੀਵਨ ਅਰੀਸ ਤਾਂ ਕਰ ਬੈਠਦੇ ਨੇ, ਪਰ ਮੁੜ ਕੇ ਜੀਵਨ ਦੇ ਵਿੱਚ ਨਹੀਂ ਹੁੰਦਾ। ਇਸ ਕਰਕੇ ਜੀਵਨ ਦੇ ਵਿੱਚ ਕਦੇ ਪਛਾਣ ਕਰ ਲੈਣੀ। ਕਈ ਦਫਾ ਦੇਖਿਆ, ਹੁਣ ਤਾਂ ਅਸੀਂ ਇਸ ਸਿਲਸਿਲੇ 'ਚੋਂ ਹਟ ਹੀ ਗਏ ਲਗਭਗ। ਉਦਾਹਰਨ ਦੇ ਤੌਰ 'ਤੇ ਸੰਤ ਦੇ ਕੁਝ ਪ੍ਰਮੁੱਖ ਗੁਣ ਮੰਨੇ ਜਾਂਦੇ ਨੇ। ਸਭ ਤੋਂ ਪਹਿਲਾਂ ਉਹਦੇ ਕੋਲੋਂ ਗੁਣ ਮੰਨਿਆ ਜਾਂਦਾ ਤਿਆਗ ਮੰਨਿਆ ਜਾਂਦਾ ਹੈ। ਅਤੇ ਹੈਰਾਨਗੀ ਦੀ ਗੱਲ ਹੈ ਕਿ ਜਿੰਨੇ ਕੁ ਵੀ ਹੁਣ ਤੱਕ ਦੇਖੇ ਹੋਏ ਹਨ, ਕਿਸੇ ਕਿਸਮ ਦਾ ਤਿਆਗ ਨਹੀਂ, ਮਤਲਬ ਕਿਸੇ ਕਿਸਮ ਦਾ ਤਿਆਗ ਨਹੀਂ। ਫਿਰ ਵੈਰਾਗੀ ਹੁੰਦੇ ਹਨ ਕਿ ਉਹ ਆਪਣੇ ਕਿਸ ਤਰ੍ਹਾਂ ਦਾ ਜੀਵਨ ਕਮਾਉਂਦੇ ਆ ਕਿ ਸੰਸਾਰੀਆਂ ਦੇ ਲਈ ਰਾਹਤ ਹੋਵੇ,
ਪਰ ਐਸੇ ਦੇਖੇ ਹਨ ਜਿਵੇਂ ਦਾ ਬੰਦਾ ਹੈ, ਰਾਜਨੀਤਿਕ ਹੈ, ਉਹਦੇ ਨਾਲ ਪਰਚ ਗਏ, ਕੋਈ ਹੋਰ ਕਿਸਮ ਦਾ ਹੈ, ਉਹਦੇ ਨਾਲ ਪਰਚ ਗਏ। ਆਪਣਾ ਕੋਈ ਮੂਲ ਸੁਭਾਅ ਨਹੀਂ। ਪਰਉਪਕਾਰ ਦੀ ਵੀ ਉਮਾਹਨਾ ਘੱਟ ਨਹੀਂ, ਕੋਈ ਪਰਉਪਕਾਰ ਦਾ ਉਮਾਹ ਨਹੀਂ, ਆਪਣੀ ਸੰਪੱਤੀ ਵਧਾਉਣ ਵੱਲ ਖਿਆਲ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਉੱਜਲ ਦੇਖ ਕੇ ਪਖੰਡੀਆਂ ਨੇ ਰੀਸ ਤਾਂ ਕਰ ਲਈ, ਪਰ ਮੁੜ ਕੇ ਸਾਰਾ ਜੀਵਨ ਉਹਨਾਂ ਦਾ ਵਿਅਰਥ ਚਲਿਆ ਗਿਆ ਹੈ। ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਤਾ ਸੰਗ। ਵਡਹੰਸ ਰਾਗ ਦੀ ਵਾਰ ਦੇ ਵਿੱਚ ਇਹ ਦੋਵੇਂ ਸ਼ਲੋਕ ਆਉਂਦੇ ਨੇ। ਪਹਿਲਾ ਸ਼ਲੋਕ ਤੀਜੇ ਪਾਤਸ਼ਾਹ ਦਾ, ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਹੁਣ ਸਾਡੇ ਵਰਗੇ ਜਗਿਆਸੂਆਂ ਦੀ ਬਾਤ ਕਰਦੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ। ਕਹਿੰਦੇ ਜਦੋਂ ਉੱਜਲ ਵੇਸ ਦੇਖਿਆ, ਉਹਦੀ ਬੋਲ ਬਾਣੀ ਦਾ ਪ੍ਰਭਾਵ ਦੇਖਿਆ, ਤਾਂ ਜਾਣਿਆ ਕਿ ਵਡਹੰਸ ਹੈ, ਕਿ ਬੜਾ ਉੱਤਮ ਕਿਸਮ ਦਾ ਸੰਤ ਹੈ। ਜ਼ਿਕਰ ਸੁਣਿਆ ਕਿ ਬੜੀ ਛੇਤੀ ਕੀਤਿਆਂ ਕਿਸੇ ਨੂੰ ਮਿਲਦਾ ਨਹੀਂ, ਆਪਣੇ ਨਿੱਜ ਕਮਰੇ 'ਚੋਂ ਬਾਹਰ ਆਉਂਦਾ ਨਹੀਂ, ਬਹੁਤ ਘੱਟ ਬੋਲਦਾ ਹੈ। ਜੋ ਕੁਝ ਉਹਦਾ ਕਹਿੰਦੇ ਬਾਹਰੀ ਤੌਰ 'ਤੇ ਪ੍ਰਭਾਵ ਸੁਣਿਆ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਬਖਸ਼ ਸਮਝਿਆ ਕਿ ਇਹ ਤਾਂ ਬੜਾ ਉੱਤਮ ਕਿਸਮ ਦਾ ਸੰਤ ਹੈ। ਕਹਿੰਦੇ ਤਾਂ ਮੈਂ ਕੀਤਾ ਸੰਗ। ਉਹਦੇ ਨੇੜੇ ਜਾ ਕੇ ਸੋਚਿਆ ਕਿ ਚਲੋ ਇਹਦੇ ਜੀਵਨ ਦੇ ਵਿੱਚ ਪਵਿੱਤਰਤਾ ਨਜ਼ਰ ਆਉਂਦੀ ਹੈ, ਇਹਦੇ ਵੇਸ ਤੋਂ ਕਿਤੇ ਸਾਨੂੰ ਵੀ ਅੰਦਰੂਨੀ ਤੌਰ 'ਤੇ ਪਵਿੱਤਰ ਕਰ ਦੇਵੇ। ਇਹ ਮਾਇਆ ਤੋਂ ਨਿਰਲੇਪ ਹੋਇਆ ਹੈ, ਹੋ ਸਕਦਾ ਸਾਨੂੰ ਵੀ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦੇ। ਇਹਦੇ ਜੀਵਨ ਦੇ ਵਿੱਚ ਬੜਾ ਆਨੰਦ ਹੈ, ਬੜਾ ਠਹਿਰਾਓ ਹੈ, ਬੜਾ ਧੀਰਜ ਲੱਗਦਾ ਹੈ। ਹੋ ਸਕਦਾ ਇਹਦੀ ਜੀ ਕੋਈ ਦਇਆ ਮੇਰ ਸ਼ੋਅ ਦੇ ਨਾਲ ਸਾਨੂੰ ਵੀ ਕੋਈ ਇੱਕ ਅੱਧ ਕਣੀ ਐਸੀ ਪ੍ਰਾਪਤ ਹੋ ਜਾਵੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਤਾਂ ਮੈਂ ਕੀਤਾ ਸੰਗ। ਪਰ ਜਦੋਂ ਸੰਗ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮੇਰਾ ਭੁਲੇਖਾ ਸੀ, ਅਸਲ ਦੇ ਵਿੱਚ ਤਾਂ ਇਹ ਬਗਲਾ ਸੀ, ਤਾਂ ਕਹਿੰਦੇ ਇਸ ਗੱਲ ਦਾ ਜਦੋਂ ਅਨੁਭਵ ਹੋਇਆ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਜੇ ਪਤਾ ਹੁੰਦਾ ਕਿ ਇਹ ਹੰਸ ਦੀ ਬਜਾਏ ਬਗਲਾ ਸੀ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਜਨਮ ਨਾ ਇਹਦਾ ਨੇੜੇ ਵੀ ਨਾ ਟੁਕਦੇ। ਗੁਰੂ ਅਮਰਦਾਸ ਸਾਹਿਬ ਜੀ ਦੇ ਵਾਕ ਹਨ, ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ, ਡਿੱਠੇ ਸੰਨਿਆਸੀ ਤਪੱਸੀਏ ਮੁੱਖੋਂ ਇਹ ਪੰਡਤ ਮਿੱਠੇ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਜਨਮ ਨਾ ਭੇੜੀ ਅੰਗ। ਹੁਣ ਦੁਨੀਆਦਾਰ ਦੇ ਦੋ ਪੱਖਾਂ ਦੀ ਚਰਚਾ ਆਪਦੇ ਸਨਮੁਖ ਰੱਖਦੇ। ਦੁਨੀਆਦਾਰੀ ਦੇ ਵਿੱਚ ਵੀ ਬੰਦੇ ਨਾਲ ਬੜੇ ਧੋਖੇ ਹੁੰਦੇ ਨੇ, ਮਾਇਆ ਦੇ ਤਲ 'ਤੇ, ਵਰਤੋਂ ਵਿਹਾਰ ਦੇ ਤਲ 'ਤੇ, ਪਰ ਉਹ ਕੁਝ ਹੱਦ ਤੱਕ ਸਪਸ਼ਟ ਹੋ ਜਾਂਦੇ ਨੇ। ਜਿਵੇਂ ਕਿਸੇ ਬੰਦੇ ਦੇ ਅੰਦਰ ਲੋਭ ਬੜਾ ਭਾਰੀ ਹੈ, ਤਾਂ ਸਿੱਧੀ ਜੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਬੰਦਾ ਕਪਟੀ ਵੀ ਹੋਵੇਗਾ, ਕਿਉਂਕਿ ਇਹਨੇ ਆਪਣਾ ਲੋਭ ਪਰ ਮੁੱਖ ਰੱਖਿਆ ਹੋਇਆ। ਬਾਣੀ 'ਚ ਵਾਕ ਹੈ ਨੇ, ਲੋਭੀ ਕਾ ਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਈ। ਹੁਣ ਦੁਨੀਆਦਾਰੀ ਦੇ ਤਰ 'ਤੇ ਵਿਚਰੇ ਕਿਸੇ ਬੰਦੇ ਦੀਆਂ ਆਦਤਾਂ, ਉਹਦੀ ਬੋਲ ਬਾਣੀ ਸੁਣ ਕੇ ਪਤਾ ਲੱਗਦਾ ਕਿ ਬੜਾ ਲੋਭੀ, ਹਰ ਚੀਜ਼ ਦੀ ਖਾਸ਼ ਰੱਖਦਾ ਹੈ। ਤਾਂ ਉਹਦੇ ਇਸ ਵਾਕ ਤੋਂ ਸੁਣ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਤੇ ਨਾ ਕਿਤੇ ਕਪਟੀ ਵੀ ਹੋਵੇਗਾ, ਯਕੀਨਨ ਹੈ ਹੋਵੇਗਾ, ਕਿਉਂਕਿ ਲੋਭ ਕਪਟ ਕਰਨ 'ਤੇ ਮਜਬੂਰ ਕਰਦਾ ਹੈ, ਕਿਉਂਕਿ ਹਰ ਵਕਤ ਸਿੱਧੇ ਢੰਗ ਨਾਲ ਲੋਭ ਦੀ ਪੂਰਤੀ ਨਹੀਂ ਹੁੰਦੀ। ਇਸੇ ਤਰ੍ਹਾਂ ਦੁਨੀਆਦਾਰ ਦੇ ਵਿੱਚ ਵੀ ਬੰਦੇ ਨਾਲ ਹੇਰ ਫੇਰ ਹੋ ਜਾਂਦਾ ਹੈ, ਅਤੇ ਉਹ ਬੰਦੇ ਨੂੰ ਮਹਿਸੂਸ ਵੀ ਹੋ ਜਾਂਦਾ ਹੈ। ਬਹੁਤ ਵਾਰੀ ਤਾਂ ਇੱਕ ਵਾਰੀ ਬੰਦੇ ਨਾਲ ਹੋ ਜਾਵੇ ਤਾਂ ਬੰਦਾ ਹਟ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ, ਕਿਉਂਕਿ ਅਸੀਂ ਹੁਣ ਅਧਿਆਤਮ ਦੇ ਵਿੱਚ ਚੱਲੇ ਨਹੀਂ ਹੋਏ, ਅਸੀਂ ਤਾਂ ਵੱਧ ਤੋਂ ਵੱਧ ਗੁਰੂ ਦੁਆਰ ਤੱਕ ਆ ਰਹੇ ਹਾਂ। ਕਿਸੇ ਬੰਦਗੀ ਵਾਲੇ ਗੁਰਮੁਖ ਦੀ, ਕਿਸੇ ਵੱਡੇ ਗਿਆਨ ਦਾ ਜਿਹਨੇ ਕਮਾਈ ਕੀਤੀ, ਐਸੇ ਮਹਾਂਪੁਰਖ ਦੀ ਸਾਡੀ ਕਦੀ ਤਲਾਸ਼ ਤਾਂ ਹੈ ਨਹੀਂ। ਕਦੇ ਅਸੀਂ ਕਾਰ ਫੜ ਕੇ ਗਏ ਤਾਂ ਨਹੀਂ ਕਿ ਕੋਈ ਜਿਹਦੇ ਬਾਰੇ ਮਾੜਾ ਮੋਟਾ ਸੁਣਿਆ ਜਾ ਕੇ ਉਹਨੂੰ ਪਰਖ ਕੇ ਆਈਏ। ਪਰ ਜਿਹੜੇ ਵਾਕਿਆ ਜਿੰਨਾ ਪਰਖਿਆ ਹੋਇਆ ਹੈ, ਇਹ ਉਹਨਾਂ ਦੀ ਬਾਤ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਜਾਣਿਆ ਵਡਹੰਸ ਹੈ। ਕਈ ਦਫਾ ਕੁਝ ਲੋਕ ਕਈਆਂ ਦੇ ਸੰਪਰਕ 'ਚ ਹੁੰਦੇ ਨੇ, ਉਹ ਉਹਨਾਂ ਦਾ ਨਾ ਜ਼ਿਕਰ ਮੈਨੂੰ ਖੁਦ ਨੂੰ ਵੀ ਬੜਾ ਬਣਾ ਕੇ ਸੁਣਾਉਣਗੇ। ਉਹ ਪਰ ਅਸਲ ਗੱਲੋਂ ਅਣਜਾਣ ਹੁੰਦੇ ਨੇ ਕਿ ਮੈਂ ਇਸ ਡੇਰੇ ਦਾ ਪਹਿਲਾਂ ਭ੍ਰਮਣ ਕਰ ਚੁੱਕਾ, ਜਿਹਦੇ ਬਾਰੇ ਮੈਨੂੰ ਬਾਤ ਸੁਣਾ ਰਹੇ ਨੇ, ਅਤੇ ਮੈਂ ਇਹਨਾਂ ਦਾ ਚੈਪਟਰ ਬੰਦ ਕਰਕੇ ਰੱਖਿਆ ਹੋਇਆ। ਇਸ ਕਰਕੇ ਪ੍ਰਭਾਵ ਐਸਾ ਸਿਰਜ ਦਿੱਤਾ ਜਾਂਦਾ ਹੈ, ਪਰ ਉਹਦੇ ਅੰਤਰੀਵ ਦੇ ਵਿੱਚ ਨਿਰੀ ਮੈਲ ਹੁੰਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਬਖਸ਼ਿਸ਼ ਕਰਦੇ ਮੈਂ ਜਾਣਿਆ ਵਡਹੰਸ ਹੈ। ਉਹਦੇ ਵੇਸ ਤੋਂ, ਉਹਦੇ ਆਲੇ ਦੁਆਲੇ ਦੇ ਪ੍ਰਭਾਵ ਤੋਂ ਕਹਿੰਦੇ ਖਿਆਲ ਆ ਗਿਆ ਕਿ ਬੜਾ ਉੱਜਲ ਹੋਏਗਾ। ਤਾਂ ਕਹਿੰਦੇ ਤਾਂ ਮੈਂ ਕੀਤਾ ਸੰਗ, ਤਾਂ ਉਹਦੇ ਨੇੜੇ ਗਏ। ਜੇ ਜਾਣਾ ਬਗ ਬੱਪੜਾ, ਜੇ ਉਹਦੀਆਂ ਬਿਰਤੀਆਂ ਦਾ ਪਤਾ ਲੱਗਦਾ। ਇੱਕ ਆਪ ਜੀ ਨੇ ਕਹਾਣੀ ਸੁਣੀ ਹੋਵੇਗੀ
ਕਿ ਬਗਲੇ ਨੇ ਨਾ ਮੱਛੀਆਂ ਨੂੰ ਪਕੜਨਾ ਹੁੰਦਾ ਸੀ, ਡੱਡੀਆਂ ਨੂੰ, ਅਤੇ ਉਹ ਰੋਜ਼ ਚੁੰਝ ਮਾਰਿਆ ਕਰੇ ਕੋਈ ਆਵੇ ਨਾ। ਤਾਂ ਫਿਰ ਕੀ ਹੋਇਆ ਕਿ ਇੱਕ ਦਿਨ ਉਹਨੂੰ ਤਰਕੀਬ ਸੁੱਝੀ, ਕਪਟ ਸੁੱਝਿਆ ਕਿ ਇੱਥੇ ਅੱਖਾਂ ਮੀਟ ਕੇ ਬੈਠ ਜਾਂਦਾ ਇਸ ਛੱਪੜ ਦੇ ਕੰਢੇ। ਕੁਝ ਦਿਨ ਬੈਠਦਾ ਰਿਹਾ, ਮੱਛੀਆਂ ਡੱਡੀਆਂ ਦੇ ਵਿੱਚ ਖਿਆਲ ਆਇਆ ਕਿ ਲੱਗਦਾ ਕੋਈ ਸੰਤ ਪੰਛੀ ਆਇਆ ਸਾਡੇ ਛੱਪੜ ਦੇ ਕੰਢੇ, ਰੋਜ਼ ਧਿਆਨ ਲਾ ਕੇ ਬੈਠਦਾ, ਆਜੋ ਕਿਸ ਦਿਨ ਉਹਦੇ ਚਰਨ ਪਰਸ ਆਈਏ। ਉਹ ਥੋੜ੍ਹਾ ਥੋੜ੍ਹਾ ਜਲ 'ਚੋਂ ਬਾਹਰ ਨਿਕਲ ਕੇ ਜਦੋਂ ਗਾਂਹ ਗਾਂਹ ਉਹਦੇ ਪੈਰ ਜੇ ਛੂਹਣ ਲੱਗੀਆਂ ਤਾਂ ਉਹ ਬਗਲੇ ਅੰਦਰ ਬਿਰਤੀ ਮੁਦਰਾ ਬਣਾਈ ਹੋਈ ਸੀ ਸੰਤ ਦੀ, ਪਰ ਅੰਦਰਲੀ ਬਿਰਤੀ ਸੀ ਕਪਟ ਵਾਲੀ। ਉਸੇ ਵਕਤ ਮੱਛੀਆਂ ਨੂੰ ਜਿਹੜਾ ਸੀ ਚੁੰਝ ਮਾਰ ਕੇ ਉਡੋਂਗ ਕੇ ਲੈ ਗਿਆ, ਅਤੇ ਬਾਅਦ ਦੇ ਵਿੱਚ ਦੂਜਿਆਂ ਨੂੰ ਗਿਆਨ ਹੋਇਆ ਕਿ ਇਹ ਤਾਂ ਸਾਡਾ ਭੁਲੇਖਾ ਸੀ। ਕਿਤਨੇ ਐਸੇ ਹਨ ਜੀਵਨ ਦੇ ਵਿੱਚ ਕੋਈ ਇੱਕ ਸਾਡਾ ਜਾਣਕਾਰ, ਉਹਨੇ ਐਸੀ ਜਾਣਕਾਰੀ ਜੁਟਾਈ ਹੈ ਕਿ ਜਿੰਨੇ ਪੰਜਾਬ ਦੇ ਵੱਡੇ ਜਿਹੜੇ ਇਸ ਤਰ੍ਹਾਂ ਦੇ ਕੇਂਦਰ ਚੱਲ ਰਹੇ ਨੇ, ਜੇ ਕ੍ਰਿਮੀਨਲ ਨੁਕਤੇ ਤੋਂ ਦੇਖੀਏ ਤਾਂ ਕੋਈ 200 ਤੋਂ ਵੱਧ ਗਿਣਤੀ ਉਹਨੇ ਨੇੜਿਓਂ ਰਹਿ ਕੇ ਦੇਖੀ। ਇਹ ਕ੍ਰਿਮੀਨਲ ਲੋਕਾਂ ਨੂੰ ਸ਼ਰਨ ਦੇਣੀ, ਉਹਨਾਂ ਨੂੰ ਉਤਸ਼ਾਹਨ ਦੇਣਾ, ਕੁਝ ਇਸ ਤਰ੍ਹਾਂ ਦਾ ਬੜਾ ਕੁਝ ਕੀਤਾ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਨਮ ਨਾ ਭੇੜੀ ਅੰਗ। ਇਕੱਲਾ ਦੁਨੀਆਦਾਰੀ ਦੇ ਤਲ 'ਤੇ ਥੋੜ੍ਹਾ, ਧਾਰਮਿਕ ਬੰਦਿਆਂ ਦੇ ਤਲ 'ਤੇ ਵੀ ਸ਼ੋਸ਼ਣ ਹੁੰਦਾ ਹੈ। ਸਾਰੀ ਜ਼ਿੰਦਗੀ ਉਹਦੇ ਨਾਲ ਜੁੜੇ ਰਹੇ, ਉਹ ਉਵੇਂ ਦਾ ਮਾਇਆ ਧਾਰੀ ਰਿਹਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਨਮ ਨਾ ਭੇੜੀ ਅੰਗ। ਜੇ ਪਤਾ ਹੁੰਦਾ ਇਹਦੇ ਨਿਕਟ ਵੀ ਨਾ ਜਾਂਦੇ। ਹੁਣ ਮਨੁੱਖ ਸੋਚੇਗਾ ਕਿ ਇੰਜ ਦੀ ਘਟਨਾ ਕਦੇ ਦੇਖੀ ਨਹੀਂ। ਆ ਪਿਛਲੇ ਸਮੇਂ 'ਚ ਐਸਾ ਦੇਹਧਾਰੀ ਤਲ 'ਤੇ ਵਾਪਰਿਆ ਇੰਨਾ ਕੁਝ, ਉਹਨਾਂ ਲੋਕਾਂ ਦਾ ਸ਼ੋਸ਼ਣ ਹੋਇਆ। ਉਹਨਾਂ ਨੇ ਦੇਖਿਆ ਸ਼ੁਰੂ 'ਚ ਬੜਾ ਚੰਗਾ ਲੱਗਦਾ ਹੈ, ਬੜੀ ਇਹਦੀ ਕਥਨੀ ਬੜੀ ਚੰਗੀ ਲੱਗਦੀ ਹੈ, ਪਰ ਇਹ ਨਹੀਂ ਸੀ ਕਿ ਪਤਾ ਕਿ ਜੀਵਨ ਦੇ ਵਿੱਚ ਇੰਨਾ ਕਪਟ ਹੈ। ਇੱਕ ਕਪਟੀ ਦੇ ਕਰਕੇ ਸਾਰੇ ਦੇ ਸਾਰੇ ਡੁੱਬ ਗਏ। ਤਾਂ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ, ਜਨਮ ਨਾ ਭੇੜੀ ਅੰਗ। ਇਹਦੇ ਨੇੜੇ ਜਾਣਾ ਵੀ ਚੰਗਾ ਨਹੀਂ ਸੀ। ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਧਰੇ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, 3 ਸ਼ਲੋਕ ਨੇ, 3 ਸ਼ਲੋਕਾਂ ਦਾ ਇੱਕ ਇੱਕ ਨਿਸ਼ਚਿਤ ਅਰਥ ਹੈ। ਪਹਿਲੇ ਸ਼ਲੋਕ ਦਾ ਅਰਥ ਸੀ ਕਿ ਸੰਤ ਪੁਰਖਾਂ ਦੀ ਰੀਤ ਵਿੱਚ ਪਾਖੰਡੀ ਯਤਨ ਕਰਦੇ ਨੇ ਪਰ ਨਿਸਫਲ ਰਹਿੰਦੇ ਨੇ। ਪਰ ਦੂਜੇ ਪਾਸੇ ਜਿਹੜੇ ਪਖੰਡੀ ਬਣ ਜਾਂਦੇ ਹਨ, ਉਹਨਾਂ ਕਰਕੇ ਜਗਤ ਦਾ ਜਗਿਆਸੂਆਂ ਦਾ ਨੁਕਸਾਨ ਹੁੰਦਾ ਹੈ। ਅਤੇ ਹੁਣ ਪਰਮੇਸ਼ਰ ਦੇ ਉਹ ਵੀ ਦੋਵੇਂ ਰੂਪ ਪਰਮੇਸ਼ਰ ਦੇ ਹਨ। ਅਤੇ ਅੱਗੇ ਹੁਣ ਗੁਰੂ ਸਾਹਿਬ ਜ਼ਿਕਰ ਕਰਦੇ ਹਨ, ਮੈਂ ਕਿਆ ਹੰਸ ਕਿਆ ਬਗੁਲਾ। ਹੰਸ ਦੀ ਉੱਤਮਤਾ ਕੁਦਰਤੀ ਬਣੀ ਹੋਈ ਹੈ। ਹੰਸ ਦੇ ਗੁਣ, ਉਹਦਾ ਆਚਰਣ, ਉਹਦੀ ਕਰਨੀ ਕੁਦਰਤੀ ਬਣੀ ਹੋਈ ਹੈ। ਉਹ ਜੰਮਦਾ ਹੀ ਇਸ ਤਰ੍ਹਾਂ, ਪੈਦਾ ਹੀ ਇਸ ਤਰ੍ਹਾਂ ਹੁੰਦਾ ਹੈ। ਹੁਣ ਬਗਲਾ ਹੈ, ਉਹ ਵੀ ਪੈਦਾ ਉਵੇਂ ਹੁੰਦਾ, ਉਹਦੇ ਔਗਣ, ਉਹਦੀਆਂ ਮਾੜੀਆਂ ਪ੍ਰਵਿਰਤੀਆਂ ਵੀ ਉਂਝ ਹੀ ਬਣੀਆਂ ਹੋਈਆਂ ਹਨ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਿਆ ਹੰਸ। ਕਿਹੜੀ ਗੱਲ ਕੀਤੀ ਜਾਵੇ ਕਿ ਹੰਸ ਹੈ, ਭਾਵ ਕਿ ਉੱਤਮਤਾ ਕਰਕੇ ਗੱਲ ਕਰਾਂਗੇ ਤਾਂ ਹੰਸ ਕਵਾਂਗੇ। ਜੇ ਉਹਦੇ ਅੰਦਰ ਕਨਿਸ਼ਟ ਗੁਣ ਹਨ ਕਪਟ ਦੇ, ਤਾਂ ਉਹਨੂੰ ਬਗਲਾ ਕਹਾਂਗੇ। ਪਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਾ ਕਉ ਨਦਰ ਧਰੇ। ਇਹ ਨਹੀਂ ਕਿ ਹੰਸ ਦੀ ਉੱਤਮਤਾ ਹੰਸ ਹੀ ਰਹਿ ਸਕਦੀ ਹੈ ਅਤੇ ਬਗਲਾ ਕਦੇ ਹੰਸ ਨਹੀਂ ਹੋ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਾ ਕਉ ਨਦਰ ਧਰੇ। ਜੇ ਉਹਨਾਂ ਦੇ ਉੱਪਰ ਨਦਰ ਹੋ ਜਾਵੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਬਗਲਾ ਤਾਂ ਫਿਰ ਵੀ ਵੇਸ ਵਿੱਚ ਹੰਸ ਨਾਲ ਰਲ ਜਾਂਦਾ ਹੈ। ਜੇ ਮਿਹਰ ਦਾ ਵੱਡਾ ਪ੍ਰਕਾਸ਼ ਹੋ ਜਾਵੇ ਤਾਂ ਕਾਗੋ ਹੰਸ ਕਰੇ। ਜਿਹੜੇ ਕਾਂ ਵਰਗੇ ਬਿਲਕੁਲ ਵੇਸ ਵੀ ਵਿਪਰੀਤ ਹੈ, ਬਿਰਤੀਆਂ ਵੀ ਵਿਪਰੀਤ ਹਨ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਹੰਸ ਹੋ ਜਾਂਦਾ। ਹੁਣ ਇਹ ਕਿਰਪਾ ਮਿਹਰ ਸਰੂਪ ਦੀ ਬਾਤ ਹੈ। ਇਹਦਾ ਜ਼ਿਕਰ ਵਿਸਥਾਰ ਦੇ ਵਿੱਚ ਆਪਦੇ ਸਨਮੁਖ ਰੱਖਦਿਆਂ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ, ਜਾਂ ਕਉ ਨਦਰ ਧਰੇ। ਹੁਣ ਕਈ ਦਫਾ ਬੰਦਾ ਰੀਸ ਵਿੱਚ ਪੈ ਜਾਂਦਾ, ਪਰ ਕਈ ਵਾਰੀ ਰੀਸ ਕਰਦਿਆਂ ਬੜੀ ਤਰ੍ਹਾਂ ਦੀਆਂ ਉਵੇਂ ਦੀ ਸਫਲਤਾ ਸਾਨੂੰ ਨਹੀਂ ਨਜ਼ਰ ਆਉਂਦੀ ਜਿੰਨੀ ਅਸੀਂ ਕਿਸੇ ਦੀ ਰੀਸ ਕੀਤੀ ਹੁੰਦੀ ਹੈ। ਸਾਨੂੰ ਥੋੜ੍ਹੀ ਜਿਹੀ ਸਫਲਤਾ ਮਿਲਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਇਸ ਚੀਜ਼ ਦੇ ਵਿੱਚ ਚੱਲਿਆ ਹੈ ਤਾਂ ਜੋ ਤੇਰੇ ਨਾਲ ਵਾਪਰਿਆ ਉਹਦਾ ਮੁਲਾਂਕਣ ਕਰ। ਮੁਲਾਂਕਣ ਦਾ ਮਤਲਬ ਹੈ ਕਿ ਇੱਕ ਬਿਲਕੁਲ ਰੀਅਲ ਬੰਦਾ ਜਦੋਂ ਉਹ ਚੱਲ ਰਿਹਾ, ਉਹਦੇ ਜੀਵਨ 'ਚ ਕੁਦਰਤੀ ਬਖਸ਼ਿਸ਼ ਆ ਰਹੀ ਹੈ, ਉਹਨੂੰ ਕੋਈ ਖਾਸ ਤਰ੍ਹਾਂ ਦਾ ਤਰਦੱਦ ਨਹੀਂ ਕਰਨਾ ਪੈ ਰਿਹਾ। ਤੂੰ ਵੇਸ ਧਾਰਨ ਕਰਕੇ ਉਸ ਤਰ੍ਹਾਂ ਦਾ ਕਰਮ ਕਰ ਰਿਹਾ ਹੈ, ਤੈਨੂੰ ਕਈ ਤਰ੍ਹਾਂ ਦੇ ਬਾਹਰੀ ਸਹਾਰਿਆਂ ਦਾ ਆਸਰਾ ਲੈਣਾ ਪੈ ਰਿਹਾ ਹੈ, ਤਾਂ ਤੈਨੂੰ ਤੇਰੇ ਜੀਵਨ ਦੇ ਵਿੱਚ ਜਿਹੜੇ ਅਮਲ ਹਨ ਉਹ ਦੱਸ ਰਹੇ ਹਨ
ਕਿ ਤੂੰ ਅਜੇ ਉਹਦੇ ਸ਼ੁੱਧ ਅਮਲਾਂ ਵਿੱਚ ਨਹੀਂ ਢਲਿਆ ਹੋਇਆ। ਇਸ ਕਰਕੇ ਜੇ ਤੂੰ ਉਹਦੀ ਨਦਰ ਦਾ ਪਾਤਰ ਬਣਨਾ ਅਤੇ ਜਿਸ ਠੀਕ ਮਾਰਗ 'ਤੇ ਉਹ ਚੱਲ ਰਿਹਾ ਹੈ, ਬਿਲਕੁਲ ਉਵੇਂ ਦੀ ਨਦਰ ਦੇ ਅਧੀਨ ਹੋ ਜਾ। ਮਤਲਬ ਜਿਵੇਂ ਮਾਲਕ ਦੀ ਨਦਰ ਹੇਠ ਸੰਤ ਪੁਰਖ ਚੱਲ ਰਿਹਾ ਹੈ ਅਤੇ ਤੂੰ ਤਾਂ ਕੇਵਲ ਉਹਦੀ ਰੀਸ ਕਰ ਰਿਹਾ। ਜੇ ਉਹਦੀ ਨਦਰ ਦਾ ਪਾਤਰ ਬਣਨਾ ਹੈ ਤਾਂ ਬਿਲਕੁਲ ਸੰਤ ਦੇ ਜੀਵਨ ਵਰਗਾ ਜੀਵਨ ਧਾਰਨ ਕਰਨ ਦਾ ਯਤਨ ਕਰ ਲੈ। ਅਤੇ ਜਦੋਂ ਉਸ ਮਾਰਗ 'ਤੇ ਆਵੇਂਗਾ ਤਾਂ ਪ੍ਰਭੂ ਦਾ ਮਾਰਗ ਹੈ ਕਿ ਜਦੋਂ ਸ਼ੁਭ ਕਰਮਾਂ ਦੇ ਮਾਰਗ 'ਤੇ ਆਵੇਂਗਾ ਅਤੇ ਆਪੇ ਉਹਦੀ ਨਦਰ ਦਾ ਪਾਤਰ ਬਣ ਜਾਏਗਾ। ਫਿਰ ਤੈਨੂੰ ਆਪਣੇ ਜੀਵਨ ਦਾ ਕਪਟ ਜਾਂ ਔਗੁਣ ਦੂਰ ਕਰਨ ਦੇ ਲਈ ਖਾਸ ਯਤਨ ਨਹੀਂ ਕਰਨਾ ਪਏਗਾ। ਸ਼ੁਭ ਮਾਰਗ 'ਤੇ ਆਉਣ ਦੇ ਨਾਲ ਅਵਗੁਣ ਆਪਣੇ ਆਪ ਚਲੇ ਜਾਣਗੇ। ਭਾਵ ਕਿ ਜਿਵੇਂ ਸੰਤ ਦਾ ਜਿਹੜਾ ਹੰਸ ਹੈ ਉਚਾਈ 'ਤੇ ਬੈਠਦਾ ਹੈ ਮਾਨ ਸਰੋਵਰ 'ਤੇ, ਤੂੰ ਕੇਵਲ ਉਂਝ ਹੀ ਉਚਾਈ ਬਣਾਈ ਹੋਈ ਹੈ ਗੱਲਾਂ ਬਾਤਾਂ ਦੇ ਨਾਲ। ਆਪਣੇ ਹਿਰਦੇ 'ਚ ਵਾਕਿਆ ਹੀ ਉਹ ਭਰੋਸਾ, ਉਹ ਮਾਲਕ ਨਾਲ ਪਿਆਰ ਪੈਦਾ ਕਰਕੇ ਤੇਰੇ ਜੀਵਨ 'ਚੋਂ ਆਪਣੇ ਆਪ ਰੱਬੀ ਗੀਤ ਪੈਦਾ ਹੋਵੇ। ਤੂੰ ਬਾਹਰੀ ਤੌਰ 'ਤੇ ਦਿਖਾਵੇ ਦੇ ਲਈ ਜਿਹੜਾ ਤਿਆਗ ਵੈਰਾਗ ਸੰਜਮ ਅਪਣਾਉਣਾ ਹੈ, ਆਪਣੇ ਮਨ ਦੀਆਂ ਵਾਸਨਾ ਨੂੰ ਵਾਕਿਆ ਹੀ ਇੰਨਾ ਸਾਧ ਲੈ ਕਿ ਤੇਰੇ ਜੀਵਨ 'ਚ ਇਹਨਾਂ ਗੱਲਾਂ ਦੀ ਕੋਈ ਚੇਸ਼ਟਾ ਨਾ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਾ ਕਉ ਨਦਰ ਧਰੇ, ਉਹਦੀ ਨਦਰ ਵਿਆਪਕ ਇਸ ਜਗਤ ਵਿੱਚ। ਹੁਣ ਉਦਾਹਰਨ ਦੇ ਤੌਰ 'ਤੇ ਕੋਈ ਮਿਰਚ ਦਾ ਬੀਜਦਾ ਬੀਜ ਅਤੇ ਉਹ ਗੰਨੇ ਵਰਗੀ ਮਿਠਾਸ ਥੋੜ੍ਹਾ ਪ੍ਰਾਪਤ ਕਰਦਾ। ਸ੍ਰਿਸ਼ਟੀ ਦਾ ਆਪਣਾ ਕੋਈ ਮੂਲ ਗੁਣ ਨਹੀਂ ਹੈ। ਸ੍ਰਿਸ਼ਟੀ ਦਾ ਮੂਲ ਮਹੱਤਵ ਗੁਣ ਇਹ ਹੈ ਕਿ ਜਿਹਾ ਬੀਓਗੇ ਉਸ ਨੂੰ ਕਈ ਗੁਣਾ ਕਰ ਦੇਵੇਗੀ, ਪਰ ਜੋ ਬੀਜਿਆ ਉਹੀ ਉਹਦੇ ਵਰਗਾ ਹੀ 100 ਗੁਣਾ ਹੋਏਗਾ। ਮਿਰਚ ਬੀਜੀ ਹੈ ਇੱਕ, ਉਸ ਤੋਂ ਕਈ ਮਿਰਚਾਂ ਪੈਦਾ ਹੋਈਆਂ, ਉਹਦੇ ਸਾਰੇ ਦਾਣਿਆਂ 'ਚੋਂ ਕੁੜੱਤਣ ਹੈ। ਇਸ ਕਰਕੇ ਜਾਂ ਕਉ ਨਦਰ ਧਰੇ ਦਾ ਮਤਲਬ ਇਹ ਹੈ ਕਿ ਸਾਡਾ ਸਰੀਰ ਰੂਪ ਜਿਹੜਾ ਖੇਤ ਹੈ, ਇਹਦੇ ਵਿੱਚ ਜਿਹੜਾ ਮਨ ਰੂਪ ਹਾਲੀ ਹੈ, ਇਹਨੇ ਜੋ ਬੀਜ ਬੀਜਤਾ ਉਹੀ ਹੋਏਗਾ। ਇਸ ਕਰਕੇ ਜਾ ਕਉ ਨਦਰ ਧਰੇ ਦਾ ਭਾਵ ਹੈ ਕਿ ਜਿਹੜੇ ਸ਼ੁਭ ਕਰਮਾਂ ਕਰਕੇ ਸੰਤ ਹੋਈਦਾ ਹੈ, ਜੇ ਬਿਲਕੁਲ ਉਹਨਾਂ ਕਰਮਾਂ ਦੀ ਮਾਰਗ 'ਤੇ ਆ ਜਾਵਾਂਗੇ ਤਾਂ ਮਾਲਕ ਦੀ ਨਦਰ ਦੇ, ਕਿਉਂਕਿ ਉਹਨੇ ਨਦਰ ਰੱਖੀ ਹੋਈ ਹੈ, ਬਸ ਉਹਦੇ ਹੇਠਾਂ ਆਉਣ ਦੀ ਲੋੜ ਹੈ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਫਿਰ ਉਹ ਤੁਹਾਡੇ 'ਤੇ ਨਦਰ ਕਰ ਦੇਗਾ। ਅਤੇ ਜੇ ਤੁਹਾਡਾ ਕਰਮ ਉਹਨੂੰ ਭਾ ਗਏ, ਕਾਗੋ ਹੰਸ ਕਰੇ, ਫਿਰ ਭਾਵੇਂ ਤੁਸੀਂ ਆਪਣੇ ਜੀਵਨ 'ਚ ਹੀਣਤਾ ਗਿਣਦੇ ਹੋਵੋ, ਆਪਣੇ ਆਪ ਨੂੰ ਨਿਗੂਣਾ ਮਹਿਸੂਸ ਕਰਦੇ ਹੋਵੋ, ਉਹਨੇ ਤੁਹਾਡੀਆਂ ਬਿਰਤੀਆਂ ਦਾ ਐਸਾ ਪਰਿਵਰਤਨ ਕਰ ਦੇਣਾ ਹੈ ਕਿ ਕਾਂ ਹੁੰਦਿਆਂ ਹੋਇਆਂ ਵੀ ਤੁਹਾਡੇ ਜੀਵਨ ਦੀ ਹੰਸ ਵਰਗੀ ਉੱਤਮਤਾ ਗਿਣੀ ਜਾਵੇਗੀ। ਭਾਵ ਕਿ ਬਾਹਰੀ ਵੇਸ, ਬਾਹਰੀ ਜੀਵਨ ਕਿਸੇ ਤਰ੍ਹਾਂ ਦਾ ਅਰਥ ਨਹੀਂ ਰਹਿ ਜਾਵੇਗਾ। ਭਾਵ ਕਿ ਪੂਜੇ ਜਾਓਗੇ। ਹੁਣ ਜਿਵੇਂ ਅਜਾਮਲ ਵਰਗਿਆਂ ਦਾ, ਗਨਕਾ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਉਹ ਕਾਹਦੇ ਕਰਕੇ ਆਉਂਦਾ ਕਿ ਹੈ ਤਾਂ ਇੰਨੇ ਜ਼ਿਆਦਾ ਮੈਲੇ, ਕਦੇ ਪਵਿੱਤਰ ਹੋਣ ਦਾ ਸੋਚਿਆ ਵੀ ਨਹੀਂ ਸੀ ਜਾ ਸਕਦਾ, ਪਰ ਪ੍ਰਭੂ ਨੇ ਐਸੀ ਮਿਹਰ ਕੀਤੀ। ਹੁਣ ਜਿਹੜਾ ਪਿਛਲੇ ਅਰਥ ਕੀਤਾ ਉਹ ਜੁੜਦਾ ਹੈ। ਅਜਾਮਲ ਜਦੋਂ ਕਾਮ ਦੀ ਮਲੀਨਤਾ ਦੇ ਵਿੱਚ ਗਰਕ ਹੋ ਗਿਆ ਸੀ, ਆਪਣੀ ਕੁਲ ਰੀਤ ਨੂੰ ਵਿਸਾਰ ਕੇ, ਅਤੇ ਬੜਾ ਵੱਡਾ ਪਰਿਵਾਰ ਵੀ ਪੈਦਾ ਕਰ ਲਿਆ। ਉਹਦੇ ਲਾਸਟ 'ਚ ਜੀਵਨ ਦੇ ਵਿੱਚ ਮਿਹਰ ਕਿਵੇਂ ਹੋਈ ਕਿ ਜਦੋਂ ਉਹਦਾ ਲਾਸਟ ਪੁੱਤਰ ਪੈਦਾ, ਉਹਦਾ ਨਾਮ ਸੰਤਾਂ ਨੇ ਕਿਹਾ ਕਿ ਨਾਰਾਇਣ ਰੱਖੀ। ਨਾਰਾਇਣ ਰੱਖਣ ਕਰਕੇ, ਕਿਉਂਕਿ ਬਿਲਕੁਲ ਮਨਮੁਖ ਹੋ ਗਿਆ ਸੀ, ਰੱਬ ਦਾ ਨਾਂ ਤੱਕ ਨਹੀਂ ਸੀ ਲੈਂਦਾ, ਉਹਨਾਂ ਨੇ ਉਹਦੇ ਪੁੱਤਰ ਦਾ ਨਾਂ ਹੀ ਨਾਰਾਇਣ ਰਖਾ ਦਿੱਤਾ। ਅੰਤ ਸਮੇਂ ਜਦੋਂ ਉਹਨੂੰ ਲੱਗਿਆ ਮਾੜੇ ਕਰਮਾਂ ਕਰਕੇ ਕਿ ਮੈਨੂੰ ਜਮਦੂਤ ਲੈਣ ਆ ਰਹੇ ਨੇ, ਅਤੇ ਆਪਣੇ ਛੋਟੇ ਪੁੱਤਰ ਨਾਲ ਜ਼ਿਆਦਾ ਪਿਆਰ ਸੀ, ਉਹਨੂੰ ਆਵਾਜ਼ਾਂ ਮਾਰੇ ਕਿ ਆਹ ਪੁੱਤਰ ਨਾਰਾਇਣ ਮੇਰੇ ਨੇੜੇ ਹੋ ਜਾ। ਅਤੇ ਪਹਿਲਾਂ ਤਾਂ ਪੁੱਤਰ ਪੁੱਤਰ ਕਹਿੰਦਾ ਰਿਹਾ, ਬਾਅਦ ਦੇ ਵਿੱਚ ਇਕੱਲਾ ਨਾਰਾਇਣ ਨਾਰਾਇਣ ਕਹਿੰਦਾ ਗਿਆ। ਅਤੇ ਨਾਰਾਇਣ ਕਹਿੰਦਿਆਂ ਕਹਿੰਦਿਆਂ ਸਿਮਰਤੀ ਸ਼ੁੱਧ ਹੋ ਗਈ ਅਤੇ ਜੀਵਨ ਦੇ ਵਿੱਚ ਵਾਸਨਾ ਤੋਂ ਮੁਕਤ ਹੋ ਗਿਆ ਅਤੇ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਕਾਗੋ ਹੰਸ ਕਰੇ, ਮਰਨ ਤੋਂ ਕੁਝ ਦਿਨ ਪਹਿਲਾਂ ਦੀ ਕਲਪਨਾ, ਕੁਝ ਘੰਟਿਆਂ ਪਹਿਲਾਂ ਉਹਨੂੰ ਸਿਰੇ ਦਾ ਪਾਪੀ ਗਿਣਿਆ ਜਾ ਰਿਹਾ, ਪਰ ਮਿਹਰ ਐਸੀ ਹੋਈ ਕਿ ਉਹਦੀ ਵਾਸਨਾ ਜਿਹੜੀ ਬਿਲਕੁਲ ਮੁਕਤ ਹੋ ਗਈ। ਗਨਕਾ ਵਰਗੀ ਜਿਹਨੂੰ ਕਈ ਸਾਲ ਹੋ ਗਏ ਨੇ ਇਸ ਤਰ੍ਹਾਂ ਦੇ ਮੰਦ ਕਰਮ ਦੇ ਵਿੱਚ ਚੱਲਦਿਆਂ, ਅਤੇ ਕੌਣ ਕਲਪਨਾ ਕਰੇਗਾ ਕਿ ਉਜਲ ਹੋ ਜਾਏਗੀ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਤਿਸ ਭਾਵੈ ਨਾਨਕਾ, ਕਿ ਜੇ ਉਸ ਨੂੰ ਭਾ ਜਾਵੇ। ਇਹ ਸਾਡਾ ਵੀ ਸਿਲਸਿਲਾ ਕਿ ਅਸੀਂ ਕਿਸੇ ਬੰਦੇ ਨੂੰ ਬਦਲਣਾ ਸਾਨੂੰ 20 ਸਾਲ ਲੱਗਦੇ ਨੇ। ਮੈਂ ਅੱਜ ਤੋਂ ਕਈ ਸਾਲਾਂ ਪਹਿਲਾਂ ਦੇ ਅਨੁਭਵ ਦੀ ਬਾਤ ਆਪਦੇ ਸਨਮੁਖ ਰੱਖਦਿਆਂ, ਕਈ 10 ਸਾਲ ਪਹਿਲਾਂ ਦੀ, ਲੱਗਦਾ ਹੁੰਦਾ ਸੀ ਕਿ ਆਪਣੇ ਯਤਨ ਦੇ ਨਾਲ ਬੰਦੇ ਨੂੰ ਬਦਲਿਆ ਜਾ ਸਕਦਾ। ਯਤਨ ਕਰਨਾ, ਹਰ ਕਿਸੇ ਦੇ ਨਾਲ ਬਹਿਸਬਾਜ਼ੀ ਕਰਨੀ, ਕਈ ਤਰ੍ਹਾਂ ਦੇ ਕਰਨੇ। ਬਾਅਦ ਦੇ ਵਿੱਚ ਉੱਤਮ ਪੁਰਖਾਂ ਨਾਲ ਜਿਉਂ-ਜਿਉਂ ਮਿਲਾਪ ਹੁੰਦਾ ਗਿਆ, ਸਤਿਗੁਰੂ ਦੇ ਸ਼ਬਦ ਦੀ ਗਹਿਰੀ ਸੂਝ ਆਉਂਦੀ ਗਈ, ਤਾਂ ਫਿਰ ਦੇਖਿਆ ਕਿ ਤੇਰਾ 50 ਵਰ੍ਹਿਆਂ ਦਾ ਯਤਨ ਅਤੇ ਮਾਲਕ ਦੀ
ਮੇਰ ਦੀ ਇੱਕ ਕਿਣਕਾ ਬਰਾਬਰ ਹੈ। ਬਰਾਬਰ ਕੀ ਮਤਲਬ ਫਿਰ ਵੀ ਵੱਡਾ ਹੈ ਮੇਰ ਦਾ ਕਿਣਕਾ। ਸਾਡਾ ਕਿਸੇ ਬੰਦੇ ਨੂੰ ਪਰਿਵਰਤਨ ਕਰਨ ਦਾ ਯਤਨ 50 ਸਾਲ ਹੋਵੇ ਅਤੇ ਮਾਲਕ ਦੀ ਇੱਕ ਦਇਆ ਦ੍ਰਿਸ਼ਟੀ 1 ਸੈਕਿੰਡ ਦੀ ਵੀ ਕਿਉਂ ਨਾ ਹੋਵੇ, ਉਹ ਜਦ ਜੀਵਨ ਤਬਦੀਲ ਕਰਦੀ। ਮੈਂ ਕਈ ਸੈਂਕੜਿਆਂ ਦਾ ਦੇਖਿਆ, ਕਿਸੇ ਇੱਕ ਅੱਧੇ ਦਾ ਨਹੀਂ, ਜਿਨ੍ਹਾਂ ਦੇ ਜੀਵਨ ਦੀ ਕੋਈ ਕਲਪਨਾ ਨਹੀਂ ਸੀ ਕਰ ਸਕਦਾ ਕਿ ਇੰਨਾ ਜ਼ਿਆਦਾ ਨਸ਼ੇ ਦੇ ਵਿੱਚ, ਮਨਮੁਖਤਾ ਦੇ ਵਿੱਚ, ਵਿਕਾਰਾਂ ਦੇ ਵਿੱਚ ਗਲਤਾਨ ਸਨ। ਪਤਾ ਨਹੀਂ ਕਿਹੜੇ ਉੱਤਮ ਪੁਰਖ ਦੇ ਬਚਨ ਉਹਨਾਂ ਨੂੰ ਚੋਟ ਕਰ ਗਏ। ਅੱਜ ਉਹ ਦੂਜਿਆਂ ਦੇ ਜੀਵਨ ਲਈ ਪ੍ਰੇਰਨਾ ਬਣੇ ਹੋਏ ਆ। ਇੱਥੋਂ ਤੱਕ ਕਿ ਜਿਵੇਂ ਆ ਇੱਕ ਸ਼ਬਦ ਚੱਲਦਾ ਪੰਜਾਬ ਦੇ ਵਿੱਚ, ਗੈਂਗਸਟਰ, ਸਿਰੇ ਦੇ ਬਦਮਾਸ਼ ਸ਼ਬਦ ਕਹਿਣਾ ਪਏਗਾ, ਸਿੱਧਾ ਅੰਗਰੇਜ਼ੀ 'ਚ ਇਹ ਕਹਿੰਦੇ ਨੇ, ਜਿਨ੍ਹਾਂ ਦੇ ਸਿਰ ਅਪਰਾਧ ਦੇ ਕਈ ਮਸਲੇ ਜਿਹੜੇ ਲੱਗੇ ਹੋਣ, ਉਹੋ ਜਿਹੇ ਬੰਦਿਆਂ ਦਾ ਵੀ ਜੀਵਨ ਤਬਦੀਲ ਹੋਇਆ। ਔਰ ਇਕੱਲਾ ਤਬਦੀਲ ਕੇਵਲ ਕਹਿਣੀ ਦੇ ਤਲ 'ਤੇ ਨਹੀਂ, ਆਚਰਣ ਦੇ ਤਲ 'ਤੇ ਤਬਦੀਲ ਹੋ ਗਏ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਾਗੋ ਹੰਸ ਕਰੇ, ਫਿਰ ਉਹ ਪਰਿਵਰਤਨ ਕਰਦਿਆਂ ਦੇਰ ਨਹੀਂ ਲੱਗਦੀ। ਇਸ ਕਰਕੇ ਕਦੀ ਆਪ ਜੀ ਨੇ ਬਾਤ ਸੁਣਿਆ ਹੋਏਗਾ ਕਿ ਕਿਸੇ ਦੇ ਜੀਵਨ ਦਾ ਪਰਿਵਰਤਨ ਕਰਨਾ ਹੈ ਅਤੇ ਜਿੰਨੇ ਇਹਨੂੰ ਸਾਜਿਆ, ਹੁਣ ਜਿਵੇਂ ਬੱਚਾ ਗਲਤੀ ਕਰਦਾ, ਸਿਆਣਾ ਬੰਦਾ ਪਤਾ ਕੀ ਕਰਦਾ ਹੈ, ਉਹ ਬੱਚੇ ਨੂੰ ਬਹੁਤਾ ਨਹੀਂ ਝਿੜਕਦਾ, ਉਹਦੇ ਘਰ ਜਾਂਦਾ ਹੈ ਜਾਂ ਉਹਦੇ ਮਾਤਾ ਪਿਤਾ ਨੂੰ ਕਿਤੇ ਮਿਲਦਾ ਅਤੇ ਚੰਗੇ ਢੰਗ ਦੇ ਨਾਲ ਦੱਸ ਦਿੰਦਾ ਕਿ ਤੁਹਾਡੇ ਬੱਚੇ 'ਚ ਔਗਣ ਹੈ। ਕਿਉਂ? ਉਹਨੂੰ ਪਤਾ ਹੈ ਕਿ ਮੇਰੇ ਨਾਲ ਤਾਂ ਇਹ ਗਲੀ ਦੇ ਵਿੱਚ ਮਿਲਿਆ ਅਤੇ ਇਹਨੇ ਆਹ ਗਲਤ ਕਰਮ ਕੀਤਾ, ਪਰ ਘਰ ਜਾ ਕੇ ਸੌਣਾ ਉੱਠਣਾ ਬਹਿਣਾ ਮਾਤਾ ਪਿਤਾ ਕੋਲ ਹੈ, ਉਹਨਾਂ ਦਾ ਪ੍ਰਭਾਵ ਇਹਦੇ ਜੀਵਨ 'ਚ ਜ਼ਿਆਦਾ ਹੈ। ਉਹ ਕਹਿਣਗੇ ਤਾਂ ਇਹ ਮੰਨ ਜਾਵੇਗਾ। ਮੈਨੂੰ ਕਿਸੇ ਬਜ਼ੁਰਗ ਨੇ ਬਾਤ ਦੱਸੀ ਸੀ, ਕਹਿੰਦਾ ਕਿਸੇ ਦਾ ਜੀਵਨ ਤਬਦੀਲ ਕਰਨਾ ਹੈ, ਪਹਿਲੀ ਗੱਲ ਤਾਂ ਅਸੀਂ ਉਹਨੂੰ ਘੜਿਆ ਨਹੀਂ ਹੋਇਆ, ਜਿੱਦਣ ਉਹ ਜੰਮਿਆ ਸੀ ਅਸੀਂ ਥੋੜ੍ਹਾ ਉਹਨੂੰ ਪੈਦਾ ਕੀਤਾ। ਦੂਜਾ, ਉਹਦੇ ਅੰਦਰ ਜਿਹੜੀ ਮੱਤ ਚਾਹੇ ਚੰਗੀ ਜਾਂ ਮਾੜੀ ਪੈ ਗਈ, ਉਹ ਵੀ ਅਸੀਂ ਕਹਿੰਦਾ ਕੋਈ ਇੰਸਟਾਲ ਥੋੜ੍ਹਾ ਕੀਤਾ ਪ੍ਰੋਗਰਾਮ ਉਹਦੇ ਅੰਦਰ, ਉਹ ਤਾਂ ਮਾਲਕ ਨੇ ਕੀਤਾ। ਜੇ ਮੱਤ ਉਹਦੀ, ਕਿਉਂਕਿ ਜੇ ਮਾਇਆ ਵੱਲ ਭਰਮ ਗਈ ਹੈ ਤਾਂ ਮਾਇਆ ਵੀ ਮਾਲਕ ਦੀ ਪੈਦਾ ਕੀਤੀ ਹੋਈ ਹੈ। ਕਹਿੰਦਾ ਫਿਰ ਉਹਦੇ ਜੀਵਨ ਦਾ ਇੱਕੋ ਹੀ ਹੱਲ ਬਚਦਾ ਹੈ ਕਿ ਜੇ ਵਾਕਿਆ ਤੁਸੀਂ ਉਹਦੇ ਜੀਵਨ ਦਾ ਭਲਾ ਚਾਹੁੰਦੇ ਹੋ, ਅਤੇ ਜਿਵੇਂ ਕਈ ਵਾਰੀ ਆਪਣੇ ਔਗਣ ਤੋਂ ਦੁਖੀ ਹੋ ਕੇ ਉਹਦੇ ਤੋਂ ਛੁੱਟਣ ਦਾ ਯਤਨ ਕਰਨ ਦੇ ਲਈ ਅਰਦਾਸ ਕਰਦੇ ਹਾਂ, ਸਭ ਤਰ੍ਹਾਂ ਦੇ ਯਤਨ ਕਰਦੇ ਹਾਂ, ਓਨੀ ਹੀ ਗਹਿਰਾਈ ਦੇ ਨਾਲ ਦੂਜੇ ਦੇ ਲਈ ਕਰ ਦਿਓ, ਤੁਸੀਂ ਉਹਦਾ ਪ੍ਰਭਾਵ ਥੋੜ੍ਹੇ ਸਮੇਂ ਬਾਅਦ, ਦੁਨੀਆ ਉਲਟ ਢੰਗ ਦੇ ਨਾਲ ਕਰਦੀ ਹੈ। ਜਿੰਨੇ ਸਾਜਿਆ ਉਹਦੇ ਸਾਹਮਣੇ ਨਹੀਂ ਜ਼ਿਕਰ ਰੱਖ ਰਹੇ। ਇਸ ਕਰਕੇ ਸੰਤ ਜਿਹੜਾ ਬਾਣੀ 'ਚ ਐਸੇ ਵਾਕ ਆਉਂਦੇ ਹਨ ਕਿ ਸੰਤ ਸਾਰੀ ਸ੍ਰਿਸ਼ਟੀ ਦੇ ਲਈ ਕਿਉਂ ਅਰਦਾਸ ਕਰਦਾ ਹੈ? ਉਹ ਅਰਦਾਸ ਹੀ ਕਰਦਾ ਹੈ, ਉਹ ਧੱਕਾ ਥੋੜ੍ਹਾ ਕਰਦਾ ਕਿਸੇ ਦੇ ਨਾਲ ਕਿ ਤੂੰ ਇੰਝ ਹੋ ਜਾ। ਇਸ ਕਰਕੇ ਮੈਂ ਇੱਕ ਪ੍ਰਮਾਣ ਰੱਖਦਾ, ਕੋਈ ਬੰਦਾ ਬਹੁਤ ਵੱਡਾ ਮਤਲਬ ਸਾਬਤ ਸੂਰਤ ਨਹੀਂ ਸੀ, ਤਾਂ ਉਹ ਕਿਸੇ ਮਹਾਤਮਾ ਕੋਲ ਗਿਆ, ਉਹਦੇ ਪਰਿਵਾਰ ਵਾਲੇ ਉਹਨੂੰ ਕਹਿਣ ਲੱਗੇ ਜੀ ਵੀ ਇਹਨੂੰ ਥੋੜ੍ਹੀ ਪ੍ਰੇਰਣਾ ਦਿਓ, ਇਹ ਸਾਬਤ ਸੂਰਤ ਹੋ ਜਾਵੇ। ਕਹਿੰਦੇ ਦੇ ਦਿੰਦੇ ਹਾਂ, ਕੋਈ ਗੱਲ ਨਹੀਂ। ਉਹਨਾਂ 2 ਮਿੰਟ ਬਾਅਦ ਕਹਿ ਦਿੱਤਾ ਕਿ ਚੰਗੀ ਤਰ੍ਹਾਂ ਰਗੜ ਕੇ ਰੱਖਿਆ ਕਰ, ਮਤਲਬ ਕਿ ਜਿਹੜੀ ਇਹ ਦਾੜੀ ਸਿਰ 'ਤੇ ਕੇਸ ਨੇ ਇਹ ਉੱਗਣ ਨਾ ਦੇ, ਤੇਰਾ ਨਾ ਯਤਨ ਅਜੇ ਢਿੱਲਾ ਹੈ, ਇਹ ਮਾੜਾ ਮੋਟਾ 1-2 mm ਨਿਕਲੀ ਆਉਂਦੇ ਨੇ ਫਿਰ ਤੇਰੇ, ਅਜੇ ਤੂੰ ਭਾਵੇਂ ਪੂਰੀ ਤਰ੍ਹਾਂ ਕੀਤਾ ਹੋਇਆ ਇਹਨਾਂ ਨੂੰ ਸਮਾਪਤ, ਪਰ ਅੰਦਰ ਇਹਨਾਂ ਦੀ ਜੜ੍ਹਾਂ ਨੇ, ਜਾਂ ਤਾਂ ਇਹ ਵੀ ਕੱਢ ਕੇ ਰੱਖ ਚੰਗੀ ਤਰ੍ਹਾਂ, ਮਤਲਬ ਤੂੰ ਆਪਣਾ ਕੰਮ ਤਾਂ ਪੂਰਾ ਕਰ, ਜੇ ਤੂੰ ਕੇਸ ਕਤਲ ਕਰਨ 'ਤੇ ਆ ਹੀ ਗਿਆ ਹੁਣ। ਉਹ ਪਤਾ ਨਹੀਂ ਉਹਨਾਂ ਨੇ ਕਿਸ ਭਾਵ ਦੇ ਵਿੱਚ ਕਿਹਾ, ਉਹ ਮੁੜ ਕੇ ਪੂਰਾ ਸਾਬਤ ਸੂਰਤ ਹੋ ਗਿਆ। ਪ੍ਰੋਫੈਸਰ ਪੂਰਨ ਸਿੰਘ ਜੀ ਵੀ ਕੇਸ ਕਟਵਾ ਬੈਠੇ ਸਨ, ਸਾਰਾ ਪਰਿਵਾਰ, ਸਾਰਾ ਪੰਥ ਦੁਖੀ ਵੀ ਸਾਡਾ ਇੱਕ ਬੰਦਾ ਸਾਇੰਸ ਦਾ ਵਿਗਿਆਨੀ ਹੋਵੇ ਏਡਾ ਵੱਡਾ, ਦੂਜੇ ਪਾਸੇ ਉਹ ਇਸ ਤਰ੍ਹਾਂ ਦਾ ਹੋ ਜਾਏ। ਭਾਈ ਵੀਰ ਸਿੰਘ ਜੀ ਵੱਡੇ ਗੁਰਮੁਖ ਸਨ ਉਹਨਾਂ ਸਮਿਆਂ ਦੇ ਵਿੱਚ, ਉਹਨਾਂ ਕਿਹਾ ਜੀ ਮਾੜਾ ਮੋਟਾ ਸਮਝਾਓ ਇਹਨਾਂ ਨੂੰ। ਉਹਨਾਂ ਕਿਵੇਂ ਸਮਝਾਇਆ? ਉਹ ਜਦੋਂ ਮੁੰਨੇ ਸਿਰ 'ਤੇ ਕੇਸ ਪੂਰੇ ਨਹੀਂ ਸਨ, ਉਹਨਾਂ ਨੇ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਕਿ ਤੇਰੇ ਕੇਸ ਬੜੇ ਹੀ ਕੋਮਲ ਨੇ। ਇੰਨੇ ਵਾਕ ਕਹੇ, ਉਹਨਾਂ ਦਾ ਜੀਵਨ ਤਬਦੀਲ ਹੋ ਗਿਆ। ਇਸ ਕਰਕੇ ਜੇ ਤਿਸ ਭਾਵੈ ਨਾਨਕਾ, ਜੇ ਕਿਸੇ ਦਾ ਜੀਵਨ ਤਬਦੀਲ ਕਰਨਾ ਹੈ ਨਾ ਤਾਂ ਉਹਦੇ ਤੋਂ 100 ਗੁਣਾ ਵੱਡੇ ਹੋਵੋ। ਜਿਵੇਂ ਇੱਕ ਨੀਤੀ ਦੇ ਵਿੱਚ ਬਚਨ ਕਿਹਾ ਜਾਂਦਾ, ਕਹਿੰਦੇ ਤੁਸੀਂ ਚਾਹੁੰਦੇ ਹੋ ਨਾ ਕਿਸੇ ਬੰਦੇ ਦਾ ਸਿਰ ਸਾਡੇ ਪੈਰਾਂ 'ਤੇ ਝੁਕੇ, ਤਾਂ ਉਹਦੇ 2 ਢੰਗ ਨੇ। ਇੱਕ ਤਾਂ ਉਹਨੂੰ ਝੁਕਾ ਦਿਓ, ਤੁਹਾਡੇ ਪੈਰਾਂ 'ਤੇ ਝੁਕ ਜਾਏਗਾ। ਇੱਕ ਜਿੱਥੇ ਤੱਕ ਉਹਦਾ ਸਿਰ ਹੈ ਉੱਥੋਂ ਤੱਕ ਆਪਣੇ ਪੈਰ ਲੈ ਜਾਓ, ਭਾਵ ਕਿ ਤੁਹਾਨੂੰ ਉਹਨੂੰ ਨਹੀਂ ਬਦਲਣਾ ਪਏਗਾ, ਤੁਸੀਂ ਉਸ ਤੱਕ ਚਲੇ ਜਾਓ ਕਿ ਉਹਦਾ ਸਿਰ ਤੁਹਾਡੇ ਪੈਰਾਂ 'ਚ ਆ ਜਾਏਗਾ। ਮਤਲਬ ਜੇ ਉਹ 6 ਫੁੱਟ ਕੱਦ ਦਾ ਹੈ ਅਤੇ 6 ਫੁੱਟ ਉਚਾਈ 'ਤੇ ਜਾਓ। ਮਤਲਬ ਜੇ ਬੰਦਗੀ ਨਾਲ ਜੀਵਨ ਤਬਦੀਲ ਕਰਨਾ ਹੈ ਤਾਂ ਉਨੀ ਬੰਦਗੀ ਆਪਣੇ ਜੀਵਨ 'ਚ ਕਮਾਓ। ਮੈਂ ਜੀਵਨ ਦੇ ਵਿੱਚ ਜਿਨ੍ਹਾਂ ਦਾ ਜੀਵਨ ਬਦਲਦਾ ਦੇਖਿਆ, ਸਦਾ ਉਹਨਾਂ ਦੇ ਸਾਹਮਣੇ ਮਿਸਾਲ ਪੈਦਾ ਕਰੋ। ਕਈ ਦਫਾ ਦੇਖੀ ਤਾਂ ਮਾਤਾ ਪਿਤਾ ਆਪ ਕਦੇ ਗੁਟਕਾ ਸਾਹਿਬ ਪਕੜਿਆ ਨਹੀਂ,
ਉਹ ਬੱਚੇ ਨੂੰ ਰੋਜ਼ ਰੱਟ ਲਗਾਈ ਜਾਣਗੇ। ਉਹ ਬੱਚਾ ਤੁਹਾਡੇ ਪ੍ਰਭਾਵ ਕਰਕੇ ਤੁਹਾਨੂੰ ਨਲਾਇਕ ਨਹੀਂ ਕਹਿ ਰਿਹਾ, ਪਰ ਉਹ ਤੁਹਾਨੂੰ ਰੋਜ਼ ਨਲਾਇਕ ਗਿਣਦਾ ਹੈ ਉਹਦੇ ਸਾਹਮਣੇ, ਕਿਉਂਕਿ ਅਸੀਂ ਬੰਦਗੀ ਦੇ ਵਿੱਚ ਆਚਰਨ ਪੈਦਾ ਕਰਨਾ ਪੈਂਦਾ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਜੇ ਮਿਹਰ ਹੋ ਜਾਵੇ ਤੇ ਜੀਵਨ ਤਬਦੀਲ ਹੋ ਜਾਂਦਾ ਹੈ। ਅਤੇ ਮਿਹਰ ਦਾ ਦੁਆਰ ਇਕੱਲਾ ਗੁਰੂ ਦੁਆਰ ਹੈ। ਬਾਜ਼ਾਰ ਦੇ ਵਿੱਚ ਬਹਿ ਕੇ ਮਿਹਰ ਦੀਆਂ ਗੱਲਾਂ ਕਰੀ ਜਾਣ ਨਾਲ ਮਿਹਰ ਨਹੀਂ ਮਿਲ ਜਾਂਦੀ। ਜੂਏ ਖਾਨੇ, ਕਲੱਬਾਂ, ਪੱਬਾਂ ਦੀ ਸੰਗਤ ਦੇ ਨਾਲ ਮਿਹਰ ਨਹੀਂ ਮਿਲ ਜਾਂਦੀ। ਮਿਹਰ ਹੁਣ ਕੁਦਰਤੀ ਹੈ। ਕਿਸੇ ਬੰਦੇ ਨੇ, ਜਿਵੇਂ ਅੱਜ ਕੱਲ੍ਹ ਅੰਬਾਂ ਦੇ ਰੁੱਖ ਨੇ, ਅੰਬ ਦੇ ਰੁੱਖ ਤੱਕ ਨਹੀਂ ਜਾ ਸਕਦਾ, ਪਰ ਜੇ ਅੰਬ ਚਾਹੀਦਾ ਤਾਂ ਅੰਬ ਦੇ ਥੱਲੇ ਬਹਿਣਾ ਪਏਗਾ, ਆਸ ਕਰਨੀ ਪਏਗੀ। ਹੋ ਸਕਦਾ ਕੋਈ ਪੰਛੀ ਟੁੱਕ ਦੇਵੇ ਅਤੇ ਇਹਦੀ ਝੋਲੀ 'ਚ ਆ ਕੇ ਡਿੱਗ ਪਵੇ। ਜੇ ਪਰਾਂ ਹੀ ਬੈਠਾ ਤਾਂ ਅੰਬ ਕਿੱਥੇ ਡਿੱਗੇਗਾ ਇਹਦੀ ਝੋਲੀ 'ਚ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਜੀ ਕਿ ਜੇ ਤਿਸ ਭਾਵੈ, ਮਿਹਰ ਦਾ ਆਲਮ ਖੁੱਲ੍ਹਾ ਹੈ, ਪਰ ਉਹਦੇ ਹੇਠਾਂ ਆਉਣ ਦੀ ਲੋੜ ਹੈ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਹੁਣ ਬਾਬਾ ਫਰੀਦ ਸਾਹਿਬ ਜੀ ਸ਼ਲੋਕ ਵਿੱਚ ਜ਼ਿਕਰ ਕਰਦੇ ਹਨ, ਸਰਵਰ ਪੰਖੀ ਹੇਕੜੋ। ਕਹਿੰਦੇ ਸਾਰੇ ਸਮੂਹ ਦੇ ਵਿੱਚ ਪੰਛੀ ਇਕੱਲਾ ਹੈ। ਫਾਹੀ ਵਾਲ ਭਾਵ ਕੇ ਫਸਾਉਣ ਵਾਲੇ, ਜਾਲ ਲਾ ਕੇ ਫਸਾਉਣ ਵਾਲੇ 50 ਹਨ। ਇਹ ਤਨ ਲਹਿਰੀ ਗੱਡ ਥਿਆ। ਹੇ ਮਾਲਕ, ਇਹ ਜਿਹੜਾ ਜੀਵਨ ਹੈ ਇਹਨਾਂ 50 ਫਾਹ ਲਾਉਣ ਵਾਲਿਆਂ ਦੀ ਜਾਲ ਵਿੱਚ ਫਸ ਗਿਆ ਹੈ। ਸੱਚੇ ਤੇਰੀ ਆਸ। ਸੱਚੇ ਤੇਰੀ ਆਸ ਦਾ ਭਾਵ ਕਿ ਜਦੋਂ ਆਤਮਾ ਧਾਰਨ ਕਰਕੇ ਸਰੀਰ ਇਸ ਜਗਤ ਵਿੱਚ ਆਇਆ ਅਤੇ ਕੋਈ ਜਾਲ, ਕੋਈ ਪੈਰਾਂ ਦੇ ਵਿੱਚ ਫਾਹੀ ਨਹੀਂ ਪਈ ਸੀ। ਜਿਉਂ ਜੋ ਆਪਣੀ ਆਤਮਾ ਨੂੰ ਭੁੱਲ ਗਏ, ਸਰੀਰ ਦੇ ਤਲ 'ਤੇ, ਮਨ ਦੇ ਤਲ 'ਤੇ ਨਿਵਾਣ 'ਚ ਆ ਗਏ, ਬੰਧਨਾਂ ਵਿੱਚ ਫਸਦੇ ਗਏ। ਸਰੀਰ ਦੇ ਨਾਲ ਬੰਧਨ ਜੁੜੇ, ਸਰੀਰ ਦੇ ਵਿੱਚੋਂ ਵਿਕਾਰ ਉਪਜੇ, ਵਿਕਾਰਾਂ ਦੇ ਵੱਲ ਚਲਦਿਆਂ ਚਲਦਿਆਂ ਪਾਪਾਂ ਦਾ ਭਾਰ ਸਿਰ ਆ ਗਿਆ। ਮਨ ਦੇ ਤਲ 'ਤੇ ਪਰਿਵਾਰ ਦੇ ਨਾਲ, ਪਦਾਰਥ ਦੇ ਨਾਲ ਵਾਸਨਾ, ਮੋਹ ਜੁੜ ਗਿਆ, ਉਹਦੀ ਗਿਰਫਤ ਵਿੱਚ ਆ ਗਏ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪੰਛੀ ਇੱਕੋ ਹੈ, ਇਹਨੂੰ ਫਸਾਉਣ ਵਾਲੇ 50 ਜਾਲ ਲਾ ਕੇ ਬੈਠੇ ਹਨ ਅਤੇ ਜੀਵਨ ਫਸ ਵੀ ਗਿਆ ਹੈ। ਇਸ ਕਰਕੇ ਕਹਿੰਦੇ ਇਹ ਤਨ ਲਹਿਰੀ ਗੱਡ ਥਿਆ। ਇਹ ਮਾਲਕ, ਇਹਨਾਂ ਤ੍ਰਿਸ਼ਨਾ ਵਾਸਨਾ ਦੇ ਬੰਧਨਾਂ ਦੇ ਵਿੱਚ ਫਸਿਆ ਹੋਇਆ ਇਹ ਪੰਛੀ ਕਿਵੇਂ ਕੀ ਕਰ ਸਕੇ। ਸੱਚੇ ਤੇਰੀ ਆਸ। ਇਸ ਕਰਕੇ ਹੁਣ ਕੇਵਲ ਆਸ ਦੇ ਉੱਪਰ ਤੇਰਾ ਜੀਵਨ ਆਧਾਰਿਤ ਹੈ ਕਿ ਭਾਵੇਂ ਜੇ ਬੰਦਾ ਫਸਿਆ ਹੋਵੇ ਅਤੇ ਮਾਲਕ ਦੀ ਮਿਹਰ ਹੋਵੇ ਅਤੇ ਉਹ ਜਾਲ ਸਮੇਤ ਹੀ ਉਭਾਰ ਲੈਂਦਾ ਹੈ। ਇਸ ਕਰਕੇ ਇਉਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸਦੇ। ਜਿਵੇਂ ਭਗਤ ਸਾਹਿਬਾਨਾਂ ਨੇ ਬਾਣੀ 'ਚ ਕਿਹਾ ਨਾ, ਸੰਸਾਰ ਸਮੁੰਦੇ ਤਾਰ, ਗੋਬਿੰਦੇ ਤਾਰ ਲੈ ਬਾਪ ਬੀਠਲਾ। ਇੰਝ ਭਗਤ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਹ ਤਨ ਲਹਿਰੀ ਗੱਡ ਥਿਆ ਕਿ ਜੇ ਮਾਲਕ ਦੇ ਉਭਾਰਨ ਦੀ ਆਸ ਰਹੇ ਤਾਂ ਉਹ ਜ਼ਰੂਰ ਉਭਾਰਦਾ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।